पुकार टीवी के आदरयोग दर्शकों, बहुत प्यार ते सत्कारयोग श्रोतिओ, पुकार टीवी अज तुहाडी सेवा दे विच भाई कन्हैया जी की सेवा ते उन्हां नूं समर्पित जो दिवस हुंदा है 20 सितंबर सेवा दिवस, उस दे संबंध विच तुहाडे नाल असीं विचार करन जा रहे हां, विचारां दी सांझ करन जा रहे हां। इस विचार दे विच जुड़ जा रहे ने साडे नाल प्रोफैसर बहादुर सिंह जी, जो कि भाई कन्हैया जी मिशन के मुख सेवादार ने अते उन्हां ने समय समय अपने जीवन के अंदर खून दान दीआं सेवावां लई, नेत्र दान दीआं सेवावां लई उन्होंने बा कमाल जिहड़ियां सेवावां निभाईआं ने, वो साडे नाल जुड़ चुके हैं। उन्होंने नाल ही साडे नाल जुड़ रहे ने सरदार जसविंदर सिंह जी एडवोकेट, जो कि अकाल पुरख की फौज जथेबंदी के प्रमुख ने ਅਤੇ ਉਸ ਦੇ ਨਾਲ ਦੀ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹ ਸਾਬਕਾ ਮੈਂਬਰ ਨੇ ਤੇ ਸਮਾਜ ਦੇ ਅੰਦਰ ਬਹੁਤ ਸਾਰੇ ਜਿਹੜੇ ਸੇਵਾ ਦੇ ਖੇਤਰ ਨੇ ਉਹਦੇ ਵਿੱਚ ਉਹਨਾਂ ਦਾ ਵੱਡਾ ਯੋਗਦਾਨ ਹੈ। ਤੇ ਨਾਲ ਹੀ ਸਾਡੇ ਨਾਲ ਜੁੜ ਰਹੇ ਨੇ ਡਾਕਟਰ ਸੰਗੀਤਾ ਟਾਕ ਜੀ, ਜੋ ਕਿ ਅਸਿਸਟੈਂਟ ਪ੍ਰੋਫੈਸਰ ਆਫ ਲਾ ਨੇ, LLB LLM ਨੇ, ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਲਾ ਤੋਂ ਉਹ PhD ਨੇ। ਇਸ ਦੇ ਨਾਲ ਦੀ ਨਾਲ ਉਹ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾ ਦੇ ਪਟਿਆਲਾ ਦੇ ਵਿੱਚ ਹੀ ਆਪਣੀਆਂ ਸੇਵਾਵਾਂ ਦੇ ਰਹੇ ਨੇ। ਉਹਨਾਂ ਦਾ ਖੇਤਰ ਜੋ ਹੈ ਇੰਟਰਨੈਸ਼ਨਲ ਕ੍ਰਿਮੀਨਲ ਲਾ, ਇੰਟਰਨੈਸ਼ਨਲ ਹਿਊਮੈਨਿਟੇਰੀਅਨ ਲਾ, ਹਿਊਮਨ ਰਾਈਟਸ ਐਂਡ ਰਿਫਿਊਜੀ ਲਾ, ਨਾਲ ਹੀ ਕੰਜ਼ਿਊਮਰ ਪ੍ਰੋਟੈਕਸ਼ਨ ਲਾ ਜਿਹੜਾ ਹੈਗਾ ਉਹ ਤੇ ਉਹ ਕੰਮ ਕਰਦੇ ਨੇ। ਔਰ ਨੈਸ਼ਨਲ ਲੈਵਲ ਤੇ ਉਹਨਾਂ ਦੀਆਂ ਬਹੁਤ ਸਾਰੀਆਂ ਪਬਲੀਕੇਸ਼ਨਸ ਤੇ ਉਹਨਾਂ ਦੀਆਂ ਪ੍ਰੈਜੈਂਟੇਸ਼ਨ ਜਿਹੜੀਆਂ ਹੈਗੀਆਂ ਉਹ ਸਾਡੇ ਸਾਹਮਣੇ ਹੈਗੀਆਂ ਨੇ। ਸੋ ਸਾਰੇ ਮਹਿਮਾਨਾਂ ਨੂੰ ਪੁਕਾਰ ਟੀਵੀ ਦੀ ਸਮੁੱਚੀ ਟੀਮ ਵੱਲੋਂ ਜੀ ਆਇਆਂ ਜੀ, ਤੁਹਾਡਾ ਨਿੱਘਾ ਸਵਾਗਤ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਬਹਾਦਰ ਸਿੰਘ ਜੀ, ਆਪਾਂ ਬਿਲਕੁਲ ਜਿਹੜੀ ਗੱਲ ਹੈਗੀ ਆ ਟੂ ਦੀ ਪੁਆਇੰਟ ਸ਼ੁਰੂਆਤ ਕਰੀਏ। 20 ਮਈ 20 ਸਤੰਬਰ ਜੋ ਸੇਵਾ ਦਿਵਸ ਹੈ ਭਾਈ ਕਨ੍ਹਈਆ ਜੀ ਦਾ, ਉਸ ਦੇ ਸੰਬੰਧ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤਕਨੀਕੀ ਪੱਧਰ ਤੇ, ਵੀ ਕੀ ਕੁਝ ਕੀਤਾ ਗਿਆ, ਕੀ ਕੁਝ ਕਰ ਰਹੇ ਆ ਤੇ ਕੀ ਕੁਝ ਕਰਨਾ ਲੋੜਦੇ ਆ ਸੰਖੇਪ ਦੇ ਵਿੱਚ। ਹਾਂ, ਜਿਹੜਾ 20 ਸਤੰਬਰ ਦਿਨ ਹੈਗਾ ਜੀ, ਇਹ ਬਹੁਤ ਹੀ ਇੱਕ ਮਹਾਨ ਦਿਨ ਹੈ ਸਾਡੇ ਮਾਨਵਤਾ ਦੀ ਸੇਵਾ ਦੇ ਇਤਿਹਾਸ ਦੇ ਵਿੱਚ। ਇਹ ਉਹ ਦਿਨ ਹੈਗਾ ਕਿ ਜਦੋਂ ਭਾਈ ਕਨ੍ਹਈਆ ਜੀ ਮੈਦਾਨੇ ਜੰਗ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਆਸ਼ੀਰਵਾਦ ਲੈ ਕੇ ਸੇਵਾ ਕਰਿਆ ਕਰਦੇ ਸਨ। ਤੇ ਉਹ ਜਦੋਂ ਕਿਸੇ ਜ਼ਖਮੀ ਨੂੰ ਮੈਦਾਨੇ ਜੰਗ ਦੇ ਵਿੱਚ ਤੜਫਦੇ ਦੇਖਣਾ ਤੇ ਉਹਨਾਂ ਤੋਂ ਰਹਿ ਨਹੀਂ ਸੀ ਹੁੰਦਾ, ਉਹਨਾਂ ਨੇ ਫਿਰ ਪਾਣੀ ਉਹਨਾਂ ਨੂੰ ਜਲ ਛਕਾਉਣਾ, ਜਲ ਛਕਾ ਕੇ ਉਹਨਾਂ ਨੂੰ ਜਿੰਨਾ ਵੀ ਉਹਨਾਂ ਨੂੰ ਜ਼ਿੰਦਗੀ ਦੇ ਪਲ ਦੇ ਸਕਦੇ ਸੀ ਉਹ ਦਿੰਦੇ ਸੀਗੇ। ਔਰ ਅਨੰਦਪੁਰ ਸਾਹਿਬ ਦੀ ਧਰਤੀ ਤੇ 1704 ਈਸਵੀ ਦੇ ਵਿੱਚ ਬਹੁਤ ਭਿਆਨਕ ਜੰਗ ਹੋਏ। ਔਰ ਉਸ ਜੰਗ ਦੇ ਵਿੱਚ ਕੀ ਹੋਇਆ ਕਿ ਬਹੁਤ ਸਾਰੇ ਜਿਹੜੇ ਹੈਗੇ ਆ ਸਿੰਘ ਵੀ ਜ਼ਖਮੀ ਹੋਏ, ਬਹੁਤ ਸਾਰੇ ਜਿਹੜੇ ਸਾਡੇ ਮੁਗਲ ਸੈਨਿਕ ਸੀਗੇ, ਹੋਰ ਪਹਾੜੀ ਰਾਜੇ ਵੀ ਜ਼ਖਮੀ ਹੋਏ, ਉਹਨਾਂ ਦੇ ਸੂਰਬੀਰ ਜ਼ਖਮੀ ਹੋਏ। ਤੇ ਭਾਈ ਕਨ੍ਹਈਆ ਜੀ ਆਪਣੀ ਨਿਰੰਤਰ ਸੇਵਾ ਕਰਦੇ ਰਹੇ। ਤੇ ਕਿਸੇ ਨੇ ਜਾ ਕੇ ਗੁਰੂ ਮਹਾਰਾਜ ਕੋਲੇ ਸ਼ਿਕਾਇਤ ਕੀਤੀ ਕਿ ਮਹਾਰਾਜ ਇਹ ਤਾਂ ਭਾਈ ਕਨ੍ਹਈਆ ਜੀ ਤਾਂ ਦੁਸ਼ਮਣਾਂ ਨੂੰ ਵੀ ਪਾਣੀ ਪਿਲਾਈ ਜਾਂਦੇ ਆ, ਔਰ ਜਿਨ੍ਹਾਂ ਨੂੰ ਅਸੀਂ ਜ਼ਖਮੀ ਕਰਕੇ ਸਿੱਟਦੇ ਹੈਗੇ ਉਹਨਾਂ ਨੂੰ ਵੀ ਪਾਣੀ ਪਿਲਾਈ ਜਾਂਦੇ ਆ। ਤੇ ਸ਼ਿਕਾਇਤ ਜਦੋਂ ਗੁਰੂ ਮਹਾਰਾਜ ਕੋਲੇ ਪਹੁੰਚੀ ਤਾਂ ਇੱਕ ਦਰਬਾਰ ਸਜਾਇਆ ਗਿਆ। ਦਰਬਾਰ ਦੇ ਵਿੱਚ ਜਦੋਂ ਗੁਰੂ ਮਹਾਰਾਜ ਨੇ ਭਾਈ ਕਨ੍ਹਈਆ ਜੀ ਨੂੰ ਪੁੱਛਿਆ ਕਿ ਤੁਹਾਡੀ ਸ਼ਿਕਾਇਤ ਆਈ ਹੈ ਕਿ ਤੁਸੀਂ ਸਾਰਿਆਂ ਨੂੰ ਪਾਣੀ ਪਿਲਾ ਰਹੇ ਹੋ, ਦੁਸ਼ਮਣਾਂ ਨੂੰ ਵੀ ਪਿਲਾ ਰਹੇ ਹੋ, ਸਿੰਘਾਂ ਨੂੰ ਵੀ ਪਿਲਾ ਰਹੇ ਹੋ, ਜ਼ਖਮੀ ਹੋਇਆਂ ਨੂੰ, ਤੇ ਕਹਿਣ ਲੱਗੇ ਮਹਾਰਾਜ ਮੈਨੂੰ ਤਾਂ ਤੁਹਾਡੇ ਵੱਲੋਂ ਜਿਹੜਾ ਤੁਹਾਡਾ ਹੀ ਰੂਪ ਹਰ ਜ਼ਖਮੀ ਚੋਂ ਨਜ਼ਰ ਆਇਆ, ਮੈਨੂੰ ਤਾਂ ਉੱਥੇ ਹਰ ਤੜਫ ਦੇ ਵਿੱਚੋਂ ਤੁਹਾਡਾ ਹੀ ਰੂਪ ਨਜ਼ਰ ਆਇਆ। ਤੇ ਮਹਾਰਾਜ ਤੁਸੀਂ ਤਾਂ ਮੈਨੂੰ ਕਦੇ ਵਖਰੇਵਾਂ ਸਿਖਾਇਆ ਹੀ ਨਹੀਂ ਕਰਨਾ, ਤੇ ਮੈਂ ਉਸੇ ਤੇ ਚੱਲਦਿਆਂ ਸਭ ਨੂੰ ਪਾਣੀ ਪਿਲਾਇਆ, ਔਰ ਹਰ ਜ਼ਖਮੀ ਚੋਂ ਮੈਂ ਤੁਹਾਡਾ ਚਿਹਰਾ, ਤੁਹਾਡਾ ਰੂਪ ਨਜ਼ਰ ਮੈਨੂੰ ਆਉਂਦਾ ਸੀਗਾ। ਉਸ ਵੇਲੇ ਗੁਰੂ ਮਹਾਰਾਜ ਬੜੇ ਪ੍ਰਸੰਨ ਹੋਏ ਔਰ ਉਹਨਾਂ ਨੇ ਇਤਿਹਾਸ ਦੇ ਵਿੱਚ ਜੋ ਜ਼ਿਕਰ ਹੈ ਕਿ ਉਹਨਾਂ ਨੇ ਖੜੇ ਹੋ ਕੇ ਭਾਈ ਕਨ੍ਹਈਆ ਜੀ ਨੂੰ ਗੱਲ ਵੱਖਰੀ ਲਾਈ ਤੇ ਕਿਹਾ ਕਿ ਇਨਸਾਨੀਅਤ ਦਾ ਜੋ ਧਰਮ ਹੈ, ਸਿੱਖ ਧਰਮ ਹੈ, ਉਹ ਇਨਸਾਨੀਅਤ ਨੂੰ ਬਚਾਉਣ ਦਾ ਹੀ ਧਰਮ। ਔਰ ਗੁਰੂ ਮਹਾਰਾਜ ਨੇ ਜਿਹੜੀਆਂ ਉਸ ਸਮੇਂ ਦਵਾਈਆਂ ਸੀਗੀਆਂ, ਮੱਲਮ ਸੀਗੀ, ਪੱਟੀਆਂ ਸੀਗੀਆਂ, ਗੱਲ ਵੱਖਰੀ ਲੈ ਕੇ ਇੱਕ ਹੋਰ ਸੇਵਾ ਦੇਤੀ ਕਿ ਤੁਸੀਂ ਜਲ ਵੀ ਛਕਾਉਣਾ ਤੇ ਜ਼ਖਮਾਂ ਦੇ ਵਿੱਚੋਂ ਜਿਹੜਾ ਹੈ ਖੂਨ ਰਸਦਾ ਹੁੰਦਾ ਆ ਉਹਨਾਂ ਨੂੰ ਸਾਫ਼ ਕਰਕੇ ਉਹਨਾਂ ਦੇ ਮੱਲਮ ਪੱਟੀ ਦੀ ਸੇਵਾ ਵੀ ਕਰਨੀ। ਇੱਕ ਮੈਡੀਕਲ
ਪੁਆਇੰਟ ਆਫ ਵਿਊ ਦੇ ਨਾਲ ਜਦੋਂ ਅਸੀਂ ਦੁਨੀਆ ਭਰ ਦੇ ਵਿੱਚ ਇਤਿਹਾਸ ਦੇ ਵਿੱਚ ਦੇਖਦੇ ਹਾਂ, ਇਹ ਬਹੁਤ ਵੱਡੀ ਘਟਨਾ ਸੀਗੀ ਕਿ ਮੈਦਾਨੇ ਜੰਗ ਦੇ ਵਿੱਚ ਮਰਦਿਆਂ ਨੂੰ ਜਿਹੜੇ ਸਹਿਕਦੇ ਆ, ਜਿਨ੍ਹਾਂ ਨੂੰ ਨਹੀਂ ਸੀ ਕੋਈ ਪੁੱਛਦਾ, ਉਹਨਾਂ ਨੂੰ ਪਾਣੀ ਪਿਲਾਉਣਾ ਤੇ ਗੁਰੂ ਮਹਾਰਾਜ ਦੇ ਆਸ਼ੀਰਵਾਦ ਨਾਲ ਫਿਰ ਦੁਬਾਰੇ ਉਹਨਾਂ ਨੂੰ ਮੱਲਮ ਪੱਟੀ ਕਰਨੀ। ਇਹ ਉਹ ਦਿਨ ਹੈ ਜੀ, ਇਤਿਹਾਸਿਕ ਦਿਨ। ਇਹ ਦਿਨ ਜਿਹੜਾ ਹੈ ਦੁਨੀਆ ਦੇ ਇਤਿਹਾਸ ਦੇ ਵਿੱਚ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨੂੰ ਅੱਗੇ ਤੋਰਿਆ ਜਾਵੇ, ਤੇ ਉਹ ਦਿਨ ਹੈਗਾ ਜੀ 20 ਸਤੰਬਰ। ਤੇ ਇਹੀ ਦਿਨ ਜਿਹੜਾ ਹੈਗਾ ਸੇਵਾ ਪੰਥੀ ਸੰਪਰਦਾ ਵੱਲੋਂ ਮਨਾਇਆ ਜਾਂਦਾ ਇੱਕ ਦਿਨ, ਤੇ ਇਹਨਾਂ ਦੀ ਜਿਹੜਾ ਹੈਗਾ ਬਰਸੀ ਵੀ ਇਸੇ ਦਿਨ ਹੀ ਸਮਝੀ ਜਾਂਦੀ ਹੈਗੀ ਹੈ, ਔਰ ਸੇਵਾ ਬਖਸ਼ ਦਿਵਸ ਦੇ ਤੌਰ ਤੇ ਅਸੀਂ ਇਹਨੂੰ ਮਨਾਉਂਦੇ ਹਾਂ। ਪੰਜਾਬ ਸਰਕਾਰ ਵੱਲੋਂ ਵੀ ਵੱਡੇ ਪੱਧਰ ਤੇ ਉੱਤੇ ਸਮਾਗਮ ਕੀਤੇ ਜਾਂਦੇ ਆ ਇਹਦੇ ਮਾਨਵ ਸੇਵਾ ਦਿਵਸ ਦੇ ਤੌਰ ਤੇ। ਤਾਂ ਅਸੀਂ ਬੜੇ ਲੰਮੇ ਸਮੇਂ ਤੋਂ ਇਸ ਗੱਲ ਦੇ ਨਾਲ ਜੁੜੇ ਹੋਏ ਆ ਕਿ ਜੋ ਭਾਈ ਕਨ੍ਹਈਆ ਜੀ ਦੀ ਸੇਵਾ ਜੋ ਗੁਰੂ ਮਹਾਰਾਜ ਦੇ ਆਸ਼ੀਰਵਾਦ ਦੇ ਨਾਲ ਕੀਤੀ ਉਹਨਾਂ ਨੇ, ਉਹਨੂੰ ਹੋਰ ਪ੍ਰਚਾਰਨ ਦੀ ਲੋੜ ਹੈ, ਉਹਨੂੰ ਘਰ ਘਰ 'ਚ ਪ੍ਰਚਾਰਨ ਦੀ ਲੋੜ ਆ, ਉਹ ਅੰਤਰਰਾਸ਼ਟਰੀ ਭਾਈਚਾਰੇ ਨੂੰ ਵੀ ਉਹਦੀ ਨੌਲੇਜ ਕਰਾਉਣ ਦੀ ਲੋੜ ਹੈ। ਕਿਉਂਕਿ ਜਦੋਂ ਅਸੀਂ ਇਸ ਗੱਲ ਦਾ ਜ਼ਿਕਰ ਕਰਦੇ ਹਾਂ, ਇਸ ਇਤਿਹਾਸਿਕ ਘਟਨਾ ਦੇ ਪ੍ਰਸੰਗ ਦੇ ਵਿੱਚ ਜਦੋਂ ਅਸੀਂ ਦੁਨੀਆ ਦੀਆਂ ਹੋਰ ਇਸ ਤਰ੍ਹਾਂ ਦੀਆਂ ਘਟਨਾਵਾਂ ਦੇਖਦੇ ਹਾਂ ਤਾਂ ਬਹੁਤ ਹੈਰਾਨੀ ਹੁੰਦੀ ਹੈ ਕਿ ਮੈਦਾਨੇ ਜੰਗ ਦੇ ਵਿੱਚ ਜਿਹੜੀ ਸੇਵਾ ਸ਼ੁਰੂ ਹੋਈ, ਸਭ ਤੋਂ ਪਹਿਲਾਂ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਭਾਈ ਕਨ੍ਹਈਆ ਜੀ ਨੇ ਸ਼ੁਰੂ ਕੀਤੀ 1704 ਦੇ ਵਿੱਚ। ਉਸ ਤੋਂ ਬਾਅਦ 1859 ਦੇ ਵਿੱਚ ਜਾ ਕੇ ਸਰ ਹੈਨਰੀ ਡੁਨਾਟ ਵੱਲੋਂ ਸੇਵਾ ਕੀਤੀ ਗਈ। ਸਵਿਟਜ਼ਰਲੈਂਡ ਦੇ ਨਿਵਾਸੀ ਇਟਲੀ ਦੇ ਮੈਦਾਨੇ ਜੰਗ ਸੋਲਫਰੀਨੋ ਦੇ ਵਿੱਚ ਉਹਨਾਂ ਨੇ ਵੀ ਇਸ ਤਰ੍ਹਾਂ ਦੀ ਸੇਵਾ ਕਰਕੇ ਮੈਦਾਨੇ ਜੰਗ 'ਚ ਜ਼ਖਮੀਆਂ ਦੀ ਹੈਲਪ ਕੀਤੀ। ਇਸ ਤਰ੍ਹਾਂ ਹੀ ਨਾਈਟਿੰਗੇਲ ਵੱਲੋਂ ਸੇਵਾ ਕੀਤੀ ਗਈ। ਪਰ ਜਦੋਂ ਅਸੀਂ ਇਤਿਹਾਸ ਦੁਨੀਆ ਦੇ ਨੂੰ ਦੇਖਿਆ ਤਾਂ ਸਭ ਬੜੀ ਹੈਰਾਨਗੀ ਹੋਈ ਕਿ ਭਾਈ ਕਨ੍ਹਈਆ ਜੀ ਦੀ ਮਹਾਨ ਸੇਵਾ ਦਾ ਜ਼ਿਕਰ ਨਹੀਂ ਸੀ ਕੀਤਾ। ਸਰਦਾਰ ਛਪਾਲ ਸਿੰਘ ਜੀ, ਅਸੀਂ ਲੰਮੇ ਸਮੇਂ ਤੋਂ ਫਿਰ ਇਸ ਮਨ ਦੇ ਵਿੱਚ ਆਇਆ ਕਿ ਕਿਉਂ ਨਾ ਅੰਤਰਰਾਸ਼ਟਰੀ ਭਾਈਚਾਰੇ ਨੂੰ ਵੀ ਦੱਸਿਆ ਜਾਵੇ, ਕਿਉਂਕਿ ਮਾਨਵਵਾਦੀ ਸੋਚ ਜਿਹੜੀ ਹੈ ਉਹੀ ਮਨੁੱਖ ਨੂੰ ਤਰੱਕੀ ਤੇ ਲੈ ਕੇ ਜਾ ਸਕਦੀ ਹੈ। ਸੋ ਇਹ ਮਿਸ਼ਨ ਅਸੀਂ ਖੂਨਦਾਨ ਕੈਂਪ ਲਗਾਉਣੇ ਸ਼ੁਰੂ ਕੀਤੇ ਭਾਈ ਕਨ੍ਹਈਆ ਜੀ ਦੇ ਨਾਂ ਤੇ, ਫਸਟ ਏਡ ਕੈਂਪ ਲਗਾਉਣੇ ਸ਼ੁਰੂ ਕੀਤੇ, ਮੈਡੀਕਲ ਏਡ ਕੈਂਪ ਲਗਾਉਣੇ ਸ਼ੁਰੂ ਕੀਤੇ, ਤਾਂ ਕਿ ਉਸ ਵਿਚਾਰਧਾਰਾ ਨੂੰ ਅਸੀਂ ਹਰ ਜ਼ਿਹਨ ਦੇ ਅੰਦਰ, ਹਰ ਇਨਸਾਨ ਦੇ ਜਿਗਰ ਦੇ ਵਿੱਚ ਉਸ ਨੂੰ ਪਹੁੰਚਾ ਸਕੀਏ, ਤਾਂ ਕਿ ਮਾਨਵਤਾ ਦਾ ਕਲਿਆਣ ਹੋ ਸਕੇ। ਇਹ ਉਹ ਇਤਿਹਾਸਕ ਦਿਨ ਹੈ। ਪ੍ਰੋਫੈਸਰ ਸਾਹਿਬ, ਤੁਹਾਡੇ ਕੋਲੋਂ ਅਗਲਾ ਪ੍ਰਸ਼ਨ ਲਵਾਂਗੇ। ਇਸ ਤੋਂ ਪਹਿਲਾਂ ਮੈਂ ਸਰਦਾਰ ਜਸਵਿੰਦਰ ਸਿੰਘ ਜੀ ਐਡਵੋਕੇਟ ਜੀ ਨੂੰ ਬੇਨਤੀ ਕਰਾਂਗਾ। ਉਹਨਾਂ ਨੂੰ ਬੇਨਤੀ ਕਰਨ ਤੋਂ ਪਹਿਲਾਂ ਮੇਰੇ ਦਿਲ 'ਚ ਇੱਕ ਗੱਲ ਆ ਰਹੀ, ਜਦੋਂ ਤੁਸੀਂ ਉਹਨਾਂ ਦੀ ਸੇਵਾ ਦੀ ਗੱਲ ਕੀਤੀ ਹੈ ਕਿ ਸੇਵਾ ਦੇ ਪਿੱਛੇ ਸਤ ਸੰਗਤ ਦਾ ਬਹੁਤ ਵੱਡਾ ਅਸਰ ਹੁੰਦਾ ਹੈ, ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅਨੰਦ ਸੇਵਕ ਭਾਈ ਨਾਨੂ ਜੀ, ਉਹ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਪੜ੍ਹਦੇ ਨੇ ਤੇ ਉਹ ਬਾਣੀ ਇਹਨਾਂ ਦੇ ਕੰਨਾਂ ਵਿੱਚ ਪੈਂਦੀ ਹੈ ਤੇ ਉਹ ਇਹਨਾਂ ਦੇ ਧੂਪ ਆਉਂਦੀ ਹੈ ਕਿ ਮੈਂ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਕਰਾਂ, ਜਿਸ ਦੀ ਬਦੌਲਤ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਵਿੱਚ ਹਾਜ਼ਰ ਹੁੰਦੇ ਨੇ। ਤੇ ਉੱਥੋਂ ਹੀ ਇਹਨਾਂ ਨੂੰ ਜਿਹੜਾ ਸੇਵਾ ਦੀ ਜਿਹੜੀ ਹੈ ਉਹ ਇੱਕ ਵੱਡੀ ਚਿਣਕ ਲੱਗਦੀ ਹੈ। ਹਾਲਾਂਕਿ ਬਚਪਨ ਦੇ ਵਿੱਚ, ਬਾਲਪਨ ਦੇ ਵਿੱਚ ਉਹਨਾਂ ਦੇ ਅੰਦਰ ਬੜੀ ਵੱਡੀ ਦਇਆ ਵਾਲੀ ਇੱਕ ਭਾਵਨਾ ਹੁੰਦੀ ਸੀ ਤੇ ਉਸ ਗੁਰਬਾਣੀ ਦੇ ਕਰਕੇ ਹੀ ਉਹ ਸੇਵਾ ਵੱਲ ਵੱਧਦੇ ਨੇ। ਸੋ ਸਰਦਾਰ ਜਸਵਿੰਦਰ ਸਿੰਘ ਜੀ, ਤੁਸੀਂ ਇਸ ਮੌਕੇ ਤੇ ਆਪਣੀ, ਜਦੋਂ ਪ੍ਰੋਫੈਸਰ ਸਾਹਿਬ ਕਹਿ ਰਹੇ ਕਿ ਕੌਮਾਂਤਰੀ ਪੱਧਰ ਤੇ ਇਹ ਸੁਨੇਹਾ ਜਾਣਾ ਚਾਹੀਦਾ ਹੈ, ਤੁਸੀਂ ਆਪਣਾ ਵਿਚਾਰ ਰੱਖੋ ਜੀ। ਦੇਖੋ, ਇਸ ਤਰ੍ਹਾਂ ਕਿ ਅਸੀਂ ਸਿਰਫ ਭਾਈ ਕਨ੍ਹਈਆ ਜੀ ਨਹੀਂ, ਅਸੀਂ ਕਿਸੇ ਵੀ ਐਸੇ ਸਿੱਖ ਹੀਰੋ ਨੂੰ ਜਿਨੇ ਇੱਦਾਂ ਦੇ ਪੂਰਨੇ ਪਾਏ ਹੋਣ, ਅਸੀਂ ਉਹਨੂੰ ਸੈਲੀਬ੍ਰੇਟ ਨਹੀਂ ਕਰ ਸਕੇ। ਅਸੀਂ ਸਮਾਜ ਦੇ ਅੱਗੇ, ਕੌਮਾਂਤਰੀ ਭਾਈਚਾਰੇ ਦੇ ਅੱਗੇ ਤੇ ਕੀ ਰੱਖਣਾ ਹੈ, ਅਸੀਂ ਆਪਣੇ ਪੰਜਾਬ ਦੇ ਭਾਈਚਾਰੇ ਅੱਗੇ ਨਹੀਂ ਰੱਖ ਸਕੇ। ਜੇ ਛੋਟੀ ਜੀ ਮੈਂ ਉਦਾਹਰਨ ਦੇਵਾਂ ਤੇ ਉਹ ਇਹ ਹੈ ਕਿ ਅੱਜ ਵੀ ਪੰਜਾਬ 'ਚ ਜਿਹੜੇ ਹਿਊਮੈਨਿਟੇਰੀਅਨ ਭਵਨ, ਜਿਨ੍ਹਾਂ ਨੂੰ ਰੈੱਡ ਕਰਾਸ ਭਵਨ ਕਿਹਾ ਜਾਂਦਾ ਕਿ ਇੱਥੇ ਸਾਰਾ ਕੁਝ ਹੋਣਾ ਹੈ, ਉਹਨਾਂ ਦਾ ਨਾਂ ਅੱਜ ਵੀ ਰੈੱਡ ਕਰਾਸ ਭਵਨ ਹੈ। ਉੱਥੇ ਭਾਈ ਕਨ੍ਹਈਆ ਜੀ ਭਵਨ ਕਿਉਂ ਨਹੀਂ ਹੈ? ਅਸੀਂ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਜਿਹੜੀ ਹੈ ਉਹ ਨਹੀਂ ਕਹਿ ਸਕੇ। ਅਸੀਂ ਆਪਣੀਆਂ ਕਿਤਾਬਾਂ 'ਚ ਜਿਹੜੇ ਪੰਜਾਬ ਪੱਧਰ ਦੀਆਂ ਕਿਤਾਬਾਂ ਨੇ, ਉਹਦੀਆਂ ਮੈਂ ਕੌਮਾਂਤਰੀ ਪੱਧਰ ਤੋਂ ਪਹਿਲੇ ਪੰਜਾਬ ਪੱਧਰ ਨੂੰ ਐਨਾਲਾਈਜ਼ ਕਰ ਰਿਹਾ। ਉਹਨਾਂ ਦੇ ਵਿੱਚ ਮੈਂ ਸਕੂਲਾਂ 'ਚ ਆਉਣ ਜਾਣ ਹੁੰਦਾ, ਉੱਥੇ ਤੁਸੀਂ ਕਿਤਾਬਾਂ ਨੂੰ ਦੇਖੀਦਾ ਤੇ ਉੱਥੇ ਵੀ ਜਿਹੜਾ ਹੈ ਉਹ ਤੁਹਾਡੇ ਹੀਰੋਜ਼ ਜਿਹੜੇ ਨੇ ਉਹ ਮਿਸਿੰਗ ਨੇ। ਇਹਦਾ ਮਤਲਬ ਇਹ ਹੈ ਕਿ ਅਸੀਂ ਕਲੈਕਟਿਵ ਕਮਿਊਨਿਟੀ ਦੇ ਤੌਰ ਦੇ ਉੱਤੇ ਅਸੀਂ ਇੱਕ ਇਸ ਗੱਲ ਨੂੰ ਐਸਟੈਬਲਿਸ਼ ਕਰਨ ਦੇ ਵਿੱਚ ਫੇਲੀਅਰ ਆ। ਉਹਦੇ ਪਿੱਛੇ ਕਿਸੇ ਵੱਡੀ ਸੰਸਥਾ ਦਾ ਵੱਡਾ ਰੋਲ ਹੋ ਸਕਦਾ, ਛੋਟੀ ਸੰਸਥਾ ਦਾ ਛੋਟਾ ਰੋਲ ਹੋ ਸਕਦਾ। ਪਰ ਮੈਂ ਪ੍ਰੋਫੈਸਰ ਬਹਾਦਰ ਸਿੰਘ ਜੀ ਦੀ ਜਿਹੜੀਆਂ ਐਫਰਟਸ ਨੇ, ਉਹਨਾਂ ਨੂੰ ਹਮੇਸ਼ਾ ਇਹਨਾਂ ਦੇ ਨਾਲ ਅਸੀਂ ਦੇਖਦੇ ਰਹੇ ਹਾਂ, ਕੰਮ ਇਹਨਾਂ ਦਾ ਦੇਖਦੇ ਰਹੇ ਹਾਂ। ਬਹੁਤ ਵਧੀਆ ਕਾਰਜ ਕਰ ਰਹੇ ਨੇ।
ਇਹ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਇੱਕ ਜਦੋਂ ਪਿੱਛੇ 300 ਸਾਲਾ ਸੀਗਾ ਉਦੋਂ ਇੱਕ ਇੰਟਰਨੈਸ਼ਨਲ ਲੈਵਲ ਤੇ ਕਮੇਟੀ ਵੀ ਇਹਨਾਂ ਨੇ ਬਣਾਈ ਸੀਗੀ ਤੇ ਉੱਤੇ ਵਰਕਿੰਗ ਸ਼ੁਰੂ ਕੀਤੀ ਸੀ। ਭਾਰਤ ਸਰਕਾਰ ਨਾਲ ਵੀ ਸ਼ਾਇਦ ਇਹਨਾਂ ਨੇ ਗੱਲ ਸ਼ੁਰੂ ਕੀਤੀ ਸੀ। ਪਰ ਜਦੋਂ ਹਿਊਮੈਨਿਟੇਰੀਅਨ ਐਂਗਲ ਕਿਸੇ ਦਾ ਨੂੰ ਦਿਖਾਣਾ ਹੋਵੇ, ਪਰ ਸਾਡੀਆਂ ਥੋੜੀਆਂ ਸਿਆਸੀ ਜਿਹੜੀਆਂ ਸੋਚਾਂ ਨੇ ਉੱਥੇ ਆ ਕੇ ਅੱਗੋਂ ਸਾਨੂੰ ਧਰਮ ਨਜ਼ਰ ਆਉਣ ਲੱਗ ਪੈਂਦਾ, ਖਿੱਤਾ ਨਜ਼ਰ ਆਉਣ ਲੱਗ ਪੈਂਦਾ, ਸਾਨੂੰ ਵੋਟਾਂ ਨਜ਼ਰ ਆਉਣ ਲੱਗ ਪੈਂਦੀਆਂ। ਇਸ ਕਰਕੇ ਇਦਾਂ ਦੇ ਲੋਕਾਂ ਦਾ ਸੰਦੇਸ਼ ਜਿਹੜਾ ਹੈ ਉਹ ਆਮ ਜਨਤਾ ਤੱਕ ਨਹੀਂ ਪਹੁੰਚਦਾ ਕਿ ਉਹਨਾਂ ਨੇ ਕੀ ਘਾਲਣਾ ਕਰ ਲਈ। ਤੁਸੀਂ ਬਹੁਤ ਵਧੀਆ ਗੱਲ ਦੱਸ ਰਹੇ ਸੀਗੇ ਕਿ ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੰਪਰਕ ਚ ਆਏ, ਬਾਣੀ ਉਹਨਾਂ ਨੇ ਉੱਥੇ ਤੇ 1704 ਚ ਉਹ ਜਿਹੜੀ ਅਨੰਦਪੁਰ ਸਾਹਿਬ ਦੀ ਜੰਗ ਹੈ ਉੱਥੇ ਜਦੋਂ ਕਿਲੇ ਨੂੰ ਘੇਰਾ ਪੈ ਜਾਂਦਾ ਤੇ ਉੱਥੇ ਮਿਲਣ ਤਾਂ ਗੁਰੂ ਸਾਹਿਬ ਦੇ ਦਰਸ਼ਨ ਕਰਨ ਆਏ ਸੀਗੇ ਤੇ ਉੱਥੇ ਉਹ ਆ ਕੇ ਸੇਵਾ ਕਰ ਰਹੇ ਨੇ ਤੇ ਗੁਰੂ ਸਾਹਿਬ ਨੇ ਅੱਗੋਂ ਬਖਸ਼ਿਸ਼ ਕੀਤੀ। ਬਾਬਾ ਸਾਹਿਬ ਨੇ ਬੜੀ ਵਧੀਆ ਗੱਲ ਦੱਸੀ ਉੱਥੇ। ਉਹ ਜਿਹੜੀ ਵਾਰਤਾਲਾਪ ਹੈ ਨਾ, ਮੈਂ ਇੱਥੇ ਹੁਣ ਕਿਉਂਕਿ ਲੰਮਾ ਸਮਾਂ ਹੋ ਜਾਣਾ, ਪਰ ਮੈਂ ਦਰਸ਼ਕਾਂ ਨੂੰ ਜ਼ਰੂਰ ਕਹਾਂਗਾ ਕਿ ਉਹ ਵਾਰਤਾਲਾਪ ਇੱਕ ਵਾਰੀ ਜ਼ਰੂਰ ਪੜ੍ਹਿਓ ਕਿ ਗੁਰੂ ਸਾਹਿਬ ਨੇ ਕੀ ਸਵਾਲ ਪੁੱਛਿਆ, ਉਹਨਾਂ ਨੇ ਕੀ ਜਵਾਬ ਦਿੱਤਾ ਤੇ ਗੁਰੂ ਸਾਹਿਬ ਨੇ ਸੰਗਤਾਂ ਨੂੰ ਬਾਅਦ ਚੁੱਕੀ ਕਿਹਾ। ਕਿਉਂਕਿ ਉਹ ਜਿਹੜੀ ਚੀਜ਼ ਹੈ ਉਹ ਧਰਮ ਦੀ, ਕਿਸੇ ਵੀ ਧਰਮ ਦੀ ਐਸੈਂਸ ਹੁੰਦੀ ਹੈ ਕਿ ਜਿਹੜੀ ਦਇਆ ਹੈ ਉਹ ਕਿਸੇ ਵੀ ਧਰਮ ਦੀ ਐਸੈਂਸ ਹੁੰਦੀ ਹੈ। ਜੇ ਤੁਹਾਨੂੰ ਇਨਸਾਨ ਚੋਂ ਇਨਸਾਨ ਨਜ਼ਰ ਨਹੀਂ ਆਉਂਦਾ ਤੇ ਇਹਦਾ ਮਤਲਬ ਹੈਗਾ ਕਿ ਉਹ ਧਰਮ ਫੇਲੀਅਰ ਹੈ। ਮੈਨੂੰ ਇਹ ਕਹਿਣ 'ਚ ਵੀ ਕੋਈ ਗੁਰੇਜ਼ ਨਹੀਂ ਹੈ ਕਿ ਜਦੋਂ ਤੁਸੀਂ ਕਿਸੇ ਵੀ ਸੇਵਾ ਦੇ ਪਿੱਛੇ ਜਦੋਂ ਕਿਤੇ ਵੀ ਕੋਈ ਮੋਟਿਵ ਛਿਪਿਆ ਹੁੰਦਾ ਤੇ ਜਿਹੜੀਆਂ ਐਸਟੈਬਲਿਸ਼ਡ ਜਾਂ ਸਰਮਾਏਦਾਰ ਧਰਮ ਨੇ ਉਹ ਆਪਣੇ ਸੇਵਾ ਬੰਦੇ ਵਾਲੇ ਬੰਦੇ ਨੂੰ ਅੱਗੇ ਲਾ ਕੇ ਤੇ ਉਹ ਕਨਵਰਸ਼ਨਸ ਵਾਲੇ ਪਾਸੇ ਕਨਵਰਟ ਕਰਕੇ ਲੈ ਜਾਂਦੇ ਨੇ। ਪਰ ਗੁਰੂ ਸਾਹਿਬ ਦਾ ਮਿਸ਼ਨ, ਭਾਈ ਕਨ੍ਹਈਆ ਜੀ ਦਾ ਮਿਸ਼ਨ, ਉਹ ਕਦੇ ਵੀ ਕਿਸੇ ਨੂੰ ਸੇਵਾ ਕਰਕੇ ਤੇ ਉਹਦਾ ਧਰਮ ਪਰਿਵਰਤਨ ਕਰਨ ਵਾਲੀ ਗੱਲ ਵਾਲੇ ਪਾਸੇ ਨਹੀਂ ਸੀ ਖੜਨ ਵਾਲਾ ਹੁੰਦਾ। ਉਹ ਇਨਸਾਨ ਚੋਂ ਇਨਸਾਨ ਵੇਖਣ ਵਾਲਾ ਹੁੰਦਾ ਸੀ। ਇਸੇ ਕਰਕੇ ਅਸੀਂ ਅੱਜ ਸਰਬੱਤ ਦੇ ਭਲੇ ਦੀ ਰੋਜ਼ ਗੱਲ ਕਰਦੇ ਹਾਂ, ਅਰਦਾਸ 'ਚ ਸਰਬੱਤ ਦੇ ਭਲੇ ਦੀ ਗੱਲ ਕਰਦੇ ਹਾਂ, ਜਾਂ ਤੁਸੀਂ ਸਮਾਜ ਦੇ ਅੰਦਰ ਕਿਤੇ ਵੀ ਵਿਪਤਾ ਹੋਵੇ ਤੇ ਤੁਹਾਨੂੰ ਜਿਹੜੀਆਂ ਇਹ ਦਸਤਾਰਾਂ ਜਿਹੜੀਆਂ ਨੇ ਉਹ ਗੁਰੂ ਸਾਹਿਬ ਦੇ ਨਿਸ਼ਾਨ ਵਜੋਂ ਹਰ ਥਾਂ ਤੇ ਨਜ਼ਰ ਆਉਣੀਆਂ ਸ਼ੁਰੂ ਹੋ ਜਾਣਗੀਆਂ। ਇਹ ਉਹੀ ਸੋਚ ਹੈ ਜਿਹੜੀ ਭਾਈ ਕਨ੍ਹਈਆ ਜੀ ਨੇ ਗੁਰੂ ਸਾਹਿਬ ਤੋਂ ਲਿੱਤੀ, ਬਾਣੀ ਚੋਂ ਲਿੱਤੀ। ਉਹੀ ਸੋਚ ਅੱਜ ਜਿਹੜੀ ਹੈ ਸਰਬੱਤ ਦੇ ਭਲੇ ਦੀ ਥਾਂ ਥਾਂ ਤੇ ਆਪਣਾ ਰੋਲ ਪਲੇ ਕਰ ਰਹੀ ਹੈ। ਜੀ ਸਰ ਜਸਵਿੰਦਰ ਸਿੰਘ ਜੀ, ਤੁਸੀਂ ਬਹੁਤ ਅਹਿਮ ਨੁਕਤਾ ਛੋਇਆ ਵੀ ਗੁਰੂ ਤੇਗ ਬਹਾਦਰ ਸਾਹਿਬ ਆਪ ਜੰਜੂ ਨੂੰ ਨਾ ਪਹਿਨਦੇ ਨੇ ਨਾ ਉਹਨੂੰ ਪ੍ਰਵਾਨਦੇ ਨੇ, ਪਰ ਉਸ ਜੰਜੂ ਵਾਸਤੇ ਆਪਣਾ ਸੀਸ ਤੱਕ ਕੁਰਬਾਨ ਕਰ ਦਿੰਦੇ ਨੇ। ਧਰਮ ਦੀ ਖਾਤਰ ਧਰਮ ਦੀ ਚਾਦਰ ਬਣ ਜਾਂਦੇ ਨੇ। ਸੱਚਮੁੱਚ ਗੁਰੂ ਗੋਬਿੰਦ ਸਿੰਘ ਜੀ ਦਾ ਵੀ ਕਦੀ ਕਿਸੇ ਨਾ ਹਿੰਦੂ ਨਾਲ ਕੋਈ ਵੈਰ, ਨਾ ਮੁਸਲਮਾਨ ਦੇ ਨਾਲ ਕੋਈ ਵੈਰ। ਜੇ ਕੋਈ ਵੈਰ ਹੈ ਤੇ ਜਬਰ ਨਾਲ ਤੇ ਜੁਰਮ ਨਾਲ ਉਹਨਾਂ ਦਾ ਵੈਰ ਹੈ। ਤੇ ਡਾਕਟਰ ਸੰਗੀਤਾ ਜੀ, ਤੁਸੀਂ ਜੁੜ ਰਹੇ ਹੋ ਸਾਡੇ ਪੈਨਲ ਦੇ ਵਿੱਚ, ਤੁਸੀਂ ਅੰਤਰਰਾਸ਼ਟਰੀ ਪੱਧਰ ਤੇ ਕੰਮ ਵੀ ਕਰ ਰਹੇ ਹੋ, ਤੁਸੀਂ ਕੌਮਾਂਤਰੀ ਕਾਨਫਰੰਸਾਂ ਦੇ ਵਿੱਚ ਵੀ ਜਾਂਦੇ ਹੋ। ਤੁਸੀਂ ਭਾਈ ਕਨ੍ਹਈਆ ਜੀ ਦੀ ਸੇਵਾ ਨੂੰ ਕਿਵੇਂ ਦੇਖਦੇ ਹੋ? ਅਸੀਂ ਕਿੰਨਾ ਕੁ ਇਨਸਾਫ ਕੀਤਾ ਉਹਨਾਂ ਦੀ ਸੇਵਾ ਦੀ ਅਹਿਮੀਅਤ ਨੂੰ ਅੱਗੇ ਲਿਜਾਣ ਦੇ ਵਿੱਚ, ਜਾਂ ਕਿੱਥੇ ਕੁ ਅਸੀਂ ਖੜੇ ਹੋ? ਸਾਰੀ ਸਥਿਤੀ ਨੂੰ ਤੁਸੀਂ ਸਾਂਝਾ ਕਰੋਗੇ। ਥੈਂਕ ਯੂ ਸਰ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਂ ਰਿਸਰਚ ਕਰਦੀ ਹਾਂ ਭਾਈ ਕਨ੍ਹਈਆ ਜੀ ਤੇ ਬੇਸਿਕਲੀ, ਔਰ ਜਿਹੜੀ ਕੋਸ਼ਿਸ਼ ਹੈ ਉਹ ਬਹਾਦਰ ਸਰ ਦੇ ਨਾਲ ਸਾਡੀ ਸ਼ੁਰੂ ਹੋਈ ਤੇ ਜਸਵਿੰਦਰ ਸਰ ਵੀ ਸਾਡੇ ਨਾਲ ਹੈ। ਤਾਂ ਬਹਾਦਰ ਸਰ ਨੇ ਸਾਨੂੰ ਬਹੁਤ ਜ਼ਿਆਦਾ ਗਾਈਡ ਕੀਤਾ ਔਰ ਇੱਕ ਤਰ੍ਹਾਂ ਦੀ ਮੇਰੀ ਡਿਊਟੀ ਲਗਾ ਦਿੱਤੀ। ਮੈਨੂੰ ਲੱਗਦਾ ਰੱਬ ਨੇ ਮੇਰੀ ਡਿਊਟੀ ਬਾਅਦ ਚੋਂ ਲਗਾਈ, ਇਹਨਾਂ ਨੇ ਮੇਰੀ ਪਹਿਲਾਂ ਲਾਈ। ਰੱਬ ਨੇ ਇਹਨਾਂ ਦੀ ਡਿਊਟੀ ਮੈਨੂੰ ਇਸ ਕੰਮ 'ਚ ਲਗਾਉਣ ਲਈ ਲਗਾਈ, ਕਿਉਂਕਿ ਮੈਂ ਇੰਟਰਨੈਸ਼ਨਲ ਹਿਊਮੈਨਿਟੇਰੀਅਨ ਲਾਅ ਤੇ ਤਾਂ ਸ਼ੁਰੂ ਤੋਂ ਹੀ ਕੰਮ ਕਰਦੀ ਹਾਂ, ਲੇਕਿਨ ਉਸ 'ਚ ਅਸੀਂ ਕੁਝ ਇਹੋ ਜਿਹਾ ਕਰਨਾ ਚਾਹੁੰਦੇ ਸੀ ਜਿਸ ਨਾਲ ਸਾਡੇ ਪੰਜਾਬ ਦੀ ਰੈਕੋਗਨੀਸ਼ਨ ਹੋਵੇ, ਔਰ ਸਾਨੂੰ ਕੋਈ ਫੈਕਟ ਨਹੀਂ ਸੀ ਲੱਭ ਰਹੇ। ਤੇ ਉਸ ਟਾਈਮ ਇਹ ਮੇਰੇ ਕੰਟੈਕਟ 'ਚ ਆਏ। ਸਰ ਨੇ ਮੈਨੂੰ ਭਾਈ ਕਨ੍ਹਈਆ ਜੀ ਦੀ ਇੱਕ ਬੁੱਕ ਦੇ ਕੇ ਕਿਹਾ ਵੀ ਅਸੀਂ ਇਹਨਾਂ ਨਾਲ ਕੰਮ ਕਰਦੇ ਹਾਂ। ਤੇ ਜਦੋਂ ਮੈਂ ਉਹਨੂੰ ਪੜ੍ਹਿਆ ਤੇ ਮੈਂ ਹਿਊਮੈਨਿਟੇਰੀਅਨ ਲਾਅ ਨੂੰ ਦੇਖਿਆ ਤੇ ਮੈਨੂੰ ਲੱਗਿਆ ਕਿ ਇਹ ਤਾਂ ਸਾਡੇ ਤੋਂ ਸ਼ੁਰੂ ਹੋਇਆ, ਨਾ ਕਿ ਜਨੇਵਾ ਦੇ ਵਿੱਚ ਸ਼ੁਰੂ ਹੋਇਆ। ਤੇ ਅਸੀਂ ਹਿਸਟਰੀ ਦੇ ਵਿੱਚ ਗਏ ਤਾਂ ਮੈਂ ਭਾਈ ਕਨ੍ਹਈਆ ਜੀ ਦੀ ਪਹਿਲਾਂ ਹਿਸਟਰੀ ਦੱਸਣਾ ਚਾਹਾਂਗੀ, ਕਿਸੇ ਹੋਰ ਚੀਜ਼ ਨੂੰ ਅੱਗੇ ਮਾਇਨੇ ਰੱਖਦੇ ਹੋਏ। ਜਦੋਂ ਭਾਈ ਕਨ੍ਹਈਆ ਜੀ ਦਾ ਜਨਮ ਹੋਇਆ, ਉਹ ਇੱਕ ਬਹੁਤ ਅਮੀਰ ਪਰਿਵਾਰ ਦੇ ਵਿੱਚ ਹੋਇਆ। ਉਹ ਕੋਈ ਗਰੀਬ ਨਹੀਂ ਸਨ। ਉਹਨਾਂ ਦੇ ਵਿੱਚ ਸਪਿਰਿਚੁਅਲਿਟੀ ਦਾ ਇੱਕ ਪਹਿਲਾਂ ਤੋਂ ਹੀ ਇੱਕ ਕਾਰਨਰ ਸੀਗਾ। ਸੋ ਮੈਂ ਇਹ ਮੰਨ ਕੇ ਚੱਲਦੀ ਹਾਂ ਜਿਹੜਾ ਬੰਦਾ ਸਪਿਰਿਚੁਅਲ ਹੈ
ਉਹ ਨਾ ਤਾਂ ਕੱਟੜ ਹੁੰਦਾ, ਉਹ ਨਾ ਕਿਸੇ ਰਿਲੀਜਨ ਨੂੰ ਦੇਖਦਾ, ਕਿ ਉਹ ਹਰੇਕ ਨੂੰ ਸਮਾਨਤਾ ਦੇ ਅਧਿਕਾਰ ਦੇ ਨਾਲ ਦੇਖਦਾ। ਤੇ ਉਹਨਾਂ ਨੂੰ ਮੇਨ ਜਿਹੜੀ ਹੈ, ਜਦੋਂ ਇੱਕ ਦਿਨ ਉਹ ਬਹੁਤ ਸਵੇਰੇ ਸਵੇਰੇ ਅੰਮ੍ਰਿਤ ਵੇਲੇ ਉੱਠੇ ਤੇ ਉਹਨਾਂ ਨੂੰ ਸ਼ਲੋਕ ਤੇ ਮਹੱਲਾ 9ਵਾਂ ਮਹੱਲਾ ਗਾ ਰਹੇ ਸੀ, ਤੇ ਉਹਨਾਂ ਨੂੰ ਭਾਈ ਨਨੂਆ ਜੀ ਨੇ, ਬੈਰਾਗੀ ਜੀ ਨੇ, ਜੋ ਉਹਨਾਂ ਨੇ ਗੁਰੂ ਤੇਗ ਬਹਾਦਰ ਜੀ ਦੇ ਨਾਲ ਮਿਲਵਾਇਆ। ਤੇ ਉਸ ਦਿਨ ਤੋਂ ਉਹਨਾਂ ਦਾ ਜੋ ਹੈ, ਮੈਨੂੰ ਲੱਗਦਾ ਜੋ ਐਕਚੁਅਲ ਦੇ ਵਿੱਚ ਉਹਨਾਂ ਦਾ ਸਰੂਪ ਆਇਆ ਉਹਨਾਂ ਦੇ ਵਿੱਚ ਸੇਵਾ ਦਾ, ਉਹ ਉਸ ਦਿਨ ਤੋਂ ਆਇਆ। ਔਰ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਮੈਂ ਸੈਲਫਲੈਸ ਸਰਵਿਸ ਕਰਾਂਗਾ। ਜੇ ਮੈਂ ਉਹਨਾਂ ਦੇ ਪੁਆਇੰਟ ਆਫ ਵਿਊ ਦੇ ਨਾਲ ਗੱਲ ਕਰਾਂ ਭਾਈ ਕਨਈਆ ਜੀ ਦੇ, ਤਾਂ ਉਹਨਾਂ ਨੇ ਇੱਕ ਉਹਨਾਂ ਦੀ ਲਾਈਨ ਆਂਦੀ ਹੈ, ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਾਹ ਬਾਈ ਸਾਂ ਪਾਈਏ। ਤਾਂ ਉਹਨਾਂ ਨੇ ਇਹ ਗੱਲ ਕਹੀ ਕਿ ਆਪਾਂ ਸੈਲਫਲੈਸ ਸਰਵਿਸ ਕਰਨੀ ਹੈ, ਰਿਲੀਜੀਅਸ ਟੋਲਰੈਂਸ ਕਰਨੀ ਹੈ, ਹਿਊਮੈਨਿਟੀ ਦੀ ਸਰਵਿਸ ਕਰਨੀ ਹੈ, ਤੇ ਇਕੁਐਲਿਟੀ ਦੇ ਨਾਲ ਦੇਖਣਾ। ਤੇ ਜਦੋਂ ਆਪਾਂ ਇਹ 4 ਪ੍ਰਿੰਸੀਪਲ ਹਿਊਮੈਨਿਟੇਰੀਅਨ ਲਾਅ, ਜਿਹੜੇ ਕਿ ਲਾਜ਼ ਆਫ ਦਾ ਵਾਰ ਨੇ, ਵਾਰ ਦੇ ਟਾਈਮ ਤੇ ਇਹ ਲਾਅ ਐਪਲੀਕੇਬਲ ਹੁੰਦੇ ਨੇ, ਤਾਂ ਇਹੀ 4 ਲਾਅ ਨੇ ਬੇਸਿਕਲੀ। ਤਾਂ ਉਹ ਉਹਨਾਂ ਨੇ ਸਾਨੂੰ ਕਿਸ ਜ਼ਮਾਨੇ 'ਚ ਦੇ ਦਿੱਤੇ, ਤੇ ਅਸੀਂ ਹੁਣ ਉਹਨਾਂ ਨੂੰ ਬੜਾ ਮਾਡਰਨ ਸਮਝ ਕੇ ਕਿ ਅਸੀਂ ਇੰਪਲੀਮੈਂਟ ਕਰ ਰਹੇ ਹਾਂ ਜੀ, ਅਸੀਂ ਉਹਨਾਂ ਨੂੰ ਡਰਾਫਟ ਕਰ ਰਹੇ ਹਾਂ, ਉਹ ਬੜਾ ਆਪਣੇ ਆਪ ਦਾ ਕ੍ਰੈਡਿਟ ਲੈਂਦੇ ਆ। ਬਟ ਮੈਂ 5 ਪ੍ਰਿੰਸੀਪਲ ਨਿਕਾਲੇ ਭਾਈ ਕਨਈਆ ਜੀ ਦੇ, ਉਹ ਮੈਂ ਸਾਂਝੇ ਕਰਨਾ ਚਾਹਾਂਗੀ। ਉਹਨਾਂ ਨੇ ਸੈਲਫ ਸਰਵਿਸ ਦੀ ਗੱਲ ਕੀਤੀ। ਉਹਨਾਂ ਨੇ ਕਿਹਾ ਕਿ ਉਹਨਾਂ ਦਾ ਸਭ ਤੋਂ ਪਹਿਲਾਂ ਸੀ ਕਿ ਜੇ ਤੁਸੀਂ ਕਿਸੇ ਨੂੰ ਸਰਵਿਸ ਕਰਦੇ ਹੋ, ਕਿਸੇ ਦੀ ਹੈਲਪ ਕਰਦੇ ਹੋ, ਤਾਂ ਤੁਹਾਨੂੰ ਪੀਸ ਮਿਲਦੀ ਹੈ। ਪੀਸ ਤੁਹਾਨੂੰ ਆਪਣੇ ਆਪ ਗੱਡੀ ਕਾਰ ਲੈ ਕੇ ਇਹ ਨਹੀਂ ਮਿਲਣੀ, ਤੁਹਾਨੂੰ ਪੀਸ ਮਿਲਣੀ ਹੈ ਕਿਸੇ ਦੀ ਸੇਵਾ ਦੇ ਵਿੱਚ ਹੀ ਲੱਭਣੀ ਪੈਣੀ ਹੈ। ਤੇ ਦੂਜਾ ਉਹਨਾਂ ਦਾ ਸੀ ਇਕੁਅਲ ਟ੍ਰੀਟਮੈਂਟ। ਤੇ ਜੇ ਤੁਹਾਡੇ ਸਾਹਮਣੇ ਕੋਈ ਵੀ ਹੈ, ਕਿਸੇ ਵੀ ਰਿਲੀਜਨ ਦਾ, ਰੇਸ ਦਾ, ਕਾਸਟ ਦਾ, ਸੈਕਸ ਦਾ, ਕੋਈ ਵੀ ਬੰਦਾ ਜਿਹੜਾ ਵੁੰਡਿਡ ਹੈ, ਜਿਹਨੂੰ ਜ਼ਖਮ ਲੱਗ ਗਿਆ ਜਾਂ ਕੁਝ ਹੋ ਗਿਆ, ਉਸ ਦੀ ਤੁਸੀਂ ਇਕੁਐਲਿਟੀ ਦੇ ਨਾਲ ਸੇਵਾ ਕਰਨੀ, ਕਿਉਂਕਿ ਉਹ ਮਨੁੱਖ ਹੈ। ਇਹ ਨਹੀਂ ਦੇਖਣਾ ਕਿ ਤੂੰ ਕਿੱਥੋਂ ਬਿਲੋਂਗ ਕਰਦਾ, ਇਹ ਦੇਖਣਾ ਕਿ ਉਹ ਮਨੁੱਖ ਹੈ। ਪਹਿਲਾਂ ਸਭ ਕੋਈ ਮਨੁੱਖ ਹੁੰਦੇ ਨੇ, ਬਾਅਦ ਦੇ ਵਿੱਚ ਜਿਹੜਾ ਮੈਨ ਮੇਡ ਚੀਜ਼ਾਂ ਨੇ, ਰਿਲੀਜਨ ਜਾਂ ਕੋਈ ਵੀ ਹੋਰ ਚੀਜ਼, ਉਹ ਮੈਨ ਮੇਡ ਹੈ। ਤੁਸੀਂ ਕਿਸ ਪਰਿਵਾਰ 'ਚ ਜਨਮ ਲਿੱਤਾ, ਉਸ ਦੇ ਹਿਸਾਬ ਨਾਲ ਤੁਹਾਡਾ ਰਿਲੀਜਨ ਡਿਸਾਈਡ ਹੁੰਦਾ। ਬਟ ਇਹਦਾ ਮਤਲਬ ਇਹ ਨਹੀਂ, ਹੁਣ ਮੈਂ ਹਿੰਦੂ ਪਰਿਵਾਰ ਤੋਂ ਹਾਂ, ਮੈਂ ਆਪਣੇ ਆਪ ਨੂੰ ਸਿੱਖ ਸਮਝਦੀ ਹਾਂ। ਸਿੱਖ ਦਾ ਮਤਲਬ ਕੋਈ ਹੋਰ ਚੀਜ਼ ਨਹੀਂ ਹੈ। ਜੇ ਹੁਣ ਮੇਰਾ ਜਨਮ ਨਹੀਂ ਹੋਇਆ, ਮੈਂ ਉਸਨੂੰ ਹੀ ਸਮਝਦੀ ਹਾਂ। ਜੇ ਬਾਣੀ ਪੜ੍ਹਦੇ ਹਾਂ, ਠੀਕ ਹੈ, ਮੇਰੇ ਤੋਂ ਗਲਤੀਆਂ ਹੁੰਦੀਆਂ ਹੋਣਗੀਆਂ, ਪਰ ਮੈਂ ਵੀ ਰੋਜ਼ ਜਪਜੀ ਸਾਹਿਬ ਬਾਣੀ ਪੜ੍ਹਦੀ ਹਾਂ, ਤੇ ਮੈਂ ਵੀ ਉਸਨੂੰ ਸਮਝਦੀ ਹਾਂ। ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਉਸੇ ਤਰ੍ਹਾਂ ਇੰਟਰਪ੍ਰੇਟ ਕਰਦੇ ਹਾਂ, ਜਿਸ ਤਰ੍ਹਾਂ ਨਾਲ ਉਹਨੂੰ ਲਿਖਿਆ ਗਿਆ ਸੀ, ਨਾ ਕਿ ਜਿਸ ਤਰ੍ਹਾਂ ਲੋਕ ਅੱਜ ਸਾਨੂੰ ਦੱਸਦੇ ਨੇ। ਤਾਂ ਅਸੀਂ ਆਪਣੇ ਆਪ ਨੂੰ ਸਿੱਖ ਸਮਝ ਕੇ, ਸਿੰਘ ਸਮਝ ਕੇ ਹੀ ਰਿਸਰਚ ਕਰਦੇ ਹਾਂ। ਜਿਹੜੀ ਥਰਡ ਮੈਂ ਉਹਨਾਂ ਦਾ ਪ੍ਰਿੰਸੀਪਲ ਨਿਕਾਲਿਆ ਭਾਈ ਕਨਈਆ ਜੀ ਦਾ, ਉਹ ਸੀਗਾ ਟੂ ਸਰਵ ਕੰਪੈਸ਼ਨੇਟਲੀ। ਆਪਾਂ ਉਹਨੂੰ ਕਹਿੰਦੇ ਹਾਂ ਧਰਮ ਦੇ ਵਿੱਚ ਮੈਂ ਕੰਪੈਸ਼ਨ ਦੇ ਨਾਲ, ਇੱਕ ਬਹੁਤ ਉਤਸੁਕਤਾ ਦੇ ਨਾਲ, ਕਿ ਮੈਂ ਉਸ ਤਰ੍ਹਾਂ ਦੇ ਨਾਲ ਇਹਨੂੰ ਸਰਵ ਕਰਨਾ, ਆਪਣੇ ਕੰਪੈਸ਼ਨ ਨੂੰ, ਜੋ ਮੈਨੂੰ ਮੇਰੇ ਅੰਤਰਾਤਮਾ ਕਹਿ ਰਹੀ ਹੈ। ਤਾਂ ਭਾਈ ਕਨਈਆ ਜੀ ਨੇ ਇੱਕ ਐਗਜ਼ਾਮਪਲਰੀ ਲਾਈਫ ਜੀ ਹੈ। ਉਸਦੇ ਵਿੱਚ ਉਹਨਾਂ ਨੇ ਜਿੰਨੇ ਵੀ ਵੂੰਡਿਡ ਲੋਕ ਸੀ ਬੈਟਲਫੀਲਡ ਦੇ ਵਿੱਚ, ਉਹਨਾਂ ਨੂੰ ਨਾ ਸਿਰਫ ਪਾਣੀ ਪਿਲਾਇਆ, ਜਿੱਦਾਂ ਸਰ ਨੇ ਕਿਹਾ, ਉਹਨਾਂ ਨੂੰ ਮੱਲਮ ਪੱਟੀ ਵੀ ਕੀਤਾ, ਪਰ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ, 10ਵੇਂ ਗੁਰੂ ਜਿਹੜੇ ਆ, ਉਹਨਾਂ ਨੇ ਉਹਨਾਂ ਨੂੰ ਇਹ ਰਸਤਾ ਦਿਖਾਇਆ ਸੀ। ਉਹਨਾਂ ਦੇ ਆਪਣੇ ਧਿਆਨ 'ਚ ਤਾਂ ਸਿਰਫ ਪਾਣੀ ਪਿਲਾਣਾ ਹੀ ਆਇਆ, ਪਰ ਗੁਰੂ ਗੋਬਿੰਦ ਸਿੰਘ ਜੀ ਨੇ ਅੱਗੇ ਵੀ ਰਸਤਾ ਦਿਖਾਇਆ। ਤੇ ਅੱਗੇ ਉਹਨਾਂ ਦਾ ਸ਼ੇਅਰਿੰਗ, ਚੌਥਾ ਉਹਨਾਂ ਦਾ ਪ੍ਰਿੰਸੀਪਲ ਹੈ ਕਿ ਜਦੋਂ ਆਪਾਂ ਜੁਆਇਨਿੰਗ ਵਿਦ ਮਾਇਆ, ਦ ਸਪਿਰਿਚੁਅਲ ਕੌਨਸ਼ੀਅਸਨੈਸ ਇਜ਼ ਲੋਸਟ। ਵੀ ਜਦੋਂ ਆਪਾਂ ਮਾਇਆ ਦੇ ਨਾਲ ਆਉਂਦੇ ਹਾਂ, ਤਾਂ ਆਪਣੀ ਜਿਹੜੀ ਕੌਨਸ਼ੀਅਸਨੈਸ ਹੈ ਨਾ, ਉਹ ਖਤਮ ਹੋ ਜਾਂਦੀ ਹੈ। ਤਾਂ ਉਹਨਾਂ ਨੇ ਕਿਹਾ ਕਿ ਆਪਾਂ ਮਾਇਆ ਜਿਹੜੀ ਹੈ, ਉਸ ਦੇ ਵਿੱਚ ਨਹੀਂ ਪੈਣਾ, ਮੈਂ ਸ਼ੇਅਰ ਕਰਨਾ ਹਰ ਚੀਜ਼। ਮਤਲਬ ਮੈਂ ਕਿਹੜੀ ਚੀਜ਼ ਸ਼ੇਅਰ ਕਰਨੀ ਹੈ। ਉਹਨਾਂ ਨੇ ਗੱਲ ਕੀਤੀ ਕਿ ਉਹ ਅਮੀਰ ਸਨ, ਮੈਂ ਵੈਲਥ ਸ਼ੇਅਰ ਕਰਾਂਗਾ, ਮੈਂ ਫੂਡ ਸ਼ੇਅਰ ਕਰਾਂਗਾ, ਜੇ ਮੇਰੇ ਕੋਲ ਘਰ ਹੈ ਮੈਂ ਉਹ ਵੀ ਸ਼ੇਅਰ ਕਰਾਂਗਾ ਉਹਨਾਂ ਦੇ ਲਈ ਜਿਨ੍ਹਾਂ ਕੋਲ ਘਰ ਨਹੀਂ ਹੈ, ਤੇ ਜਿਹੜੇ ਪੂਅਰ ਹੈ ਉਹਨਾਂ ਨੂੰ ਮੈਂ ਅਪਲਿਫਟ ਕਰਾਂਗਾ। ਇਹ ਚੌਥਾ ਪ੍ਰਿੰਸੀਪਲ ਭਾਈ ਕਨਈਆ ਜੀ ਦੀ ਲਾਈਫ ਤੋਂ ਸਾਨੂੰ ਸਿੱਖਿਆ ਦਿੰਦਾ। ਤੇ ਪੰਜਵਾਂ ਜਿਹੜਾ ਅਸੀਂ ਰਿਸਰਚ 'ਚ ਕੱਢਿਆ, ਉਹ ਹੈ ਸੇਵਾ। ਉਹ ਕਹਿੰਦੇ ਆ ਜੇ ਆਪਾਂ ਸੈਲਫਲੈਸ ਸਰਵਿਸ ਕਰਦੇ ਹਾਂ ਬਿਨਾਂ ਕਿਸੇ ਰਿਵਾਰਡ ਤੋਂ, ਭਾਈ ਕਨਈਆ ਜੀ ਨੂੰ ਕਦੀ ਵੀ ਇਹ ਨਹੀਂ ਚਾਹੀਦਾ ਸੀ ਕਿ ਮੈਨੂੰ ਰਿਵਾਰਡ ਕੀ ਮਿਲੇਗਾ। ਉਹਨਾਂ ਨੇ ਕਿਹਾ ਜੇ ਮੈਨੂੰ ਰਿਵਾਰਡ ਤੋਂ ਬਿਨਾਂ ਮੈਂ ਸੇਵਾ ਕਰ ਰਿਹਾ, ਤਾਂ ਮੈਨੂੰ ਗੁਰੂ ਦੀ ਕਿਰਪਾ ਮਿਲਣੀ ਹੈ। ਜੇ ਮੈਂ ਸੋਚ ਕੇ ਅੱਜ ਇਹ ਕਰਾਂ ਕਿ ਮੈਂ ਅੱਜ ਸੇਵਾ ਕਰਨੀ ਹੈ, ਤੇ ਕੱਲ ਨੂੰ ਮੇਰੇ ਇਹਨੂੰ 1000 ਰੁਪਇਆ ਮਿਲ ਜਾਏਗਾ, 2 ਮਿਲ ਜਾਏਗਾ, ਜਾਂ ਮੈਨੂੰ ਕੋਈ ਪਦਵੀ ਮਿਲ ਜਾਏਗੀ, ਤਾਂ ਉਸ ਦੇ ਨਾਲ ਉਹ ਸੇਵਾ ਨਹੀਂ ਰਹਿੰਦੀ, ਉਹ ਇੱਕ ਬਿਜ਼ਨਸ ਬਣ ਜਾਂਦਾ। ਤੇ ਇਹ 5 ਸਿੱਖਿਆਵਾਂ ਜਿਹੜੀਆਂ ਅਸੀਂ ਆਪਣੇ ਵੀ ਕੰਮ ਦੇ ਵਿੱਚ ਅੱਜ ਵੀ ਜੇ ਅਪਣਾਈਏ, ਮੈਨੂੰ ਲੱਗਦਾ ਕਿ ਅਸੀਂ ਅੱਜ ਵੀ ਭਾਈ ਕਨਈਆ ਜੀ ਨੂੰ ਦੇ ਜਿਹੜਾ ਮੰਤਵ ਹੈ ਉਸਨੂੰ ਪੂਰਾ ਕਰ ਸਕਦੇ ਹਾਂ। ਠੀਕ ਹੈ, ਮੈਂ ਸਰ ਦੀ ਗੱਲ ਨਾਲ ਐਗਰੀ ਕਰਦੀ ਹਾਂ, ਜਸਵਿੰਦਰ ਜੀ ਦੀ ਕਿਤਾਬਾਂ ਵਿੱਚ ਨਹੀਂ ਹੈ, ਪਰ ਕਿਤਾਬਾਂ ਵਿੱਚ ਲਿਆਉਣ ਦੀ ਜ਼ਿੰਮੇਵਾਰੀ ਵੀ ਸਾਡੀ ਹੈ। ਸਾਨੂੰ ਨਹੀਂ ਪੜ੍ਹਾਇਆ ਗਿਆ, ਪਰ ਅੱਜ ਅਸੀਂ ਇੰਟਰਨੈਸ਼ਨਲ ਲੈਵਲ ਤੇ, ਮੈਂ ਜਨੇਵਾ ਜਾ ਕੇ ਆਈ ਹਾਂ, ਬਟ ਮੈਂ ਉੱਥੇ ਦੇਖਿਆ ਕਿ ਪੰਜਾਬ ਇੰਡੀਆ ਦਾ ਨਾਮ ਵੀ ਨਹੀਂ ਹੈ। ਪਰ ਹੁਣ ਅਸੀਂ ਕੀ ਕੀਤਾ, ਅਸੀਂ ਇਹ ਕਿਤਾਬ ਮੈਂ ਛਪਵਾਈ ਹੈ, ਮੈਂ ਤੁਹਾਨੂੰ ਕਰਾਂਗੀ, ਇਹ ਸਾਡੀ ਸਰ ਤੁਹਾਨੂੰ ਦੇਣਗੇ, ਇਹ ਸਾਡੀ ਕਿਤਾਬ ਛਪੀ ਹੈ। ਇਹ ਸਾਰੇ
ਇੰਟਰਨੈਸ਼ਨਲ ਲੈਵਲ ਦੀ ਕਿਤਾਬ ਛਪੀ ਹੈ ਔਰ ਇਸ ਦੇ ਵਿੱਚ ਚੈਪਟਰ ਹੈਗਾ ਭਾਈ ਕਨਈਆ ਜੀ ਦੇ ਉੱਤੇ। ਇਹ ਕਿਤਾਬ ਦਾ ਨਾਮ ਕੀ ਬੋਲ ਰਹੇ ਹੋ ਜੀ? ਅਸੀਂ ਇਹ ਤੁਹਾਨੂੰ ਜੀ ਮੈਂ ਆਰਟੀਕਲ ਭੇਜ ਦਾਂਗੀ, ਇਹ ਹੈਗਾ ਇੰਡੀਅਨ ਸੁਸਾਇਟੀ ਆਫ ਇੰਟਰਨੈਸ਼ਨਲ ਲਾਅ ਦਾ ਜਰਨਲ ਹੁੰਦਾ, ਉਸਦੇ ਵਿੱਚ ਇਹ ਸਿੱਖੀਜ਼ਮ ਐਂਡ ਇੰਟਰਨੈਸ਼ਨਲ ਹਿਊਮੈਨਿਟੇਰੀਅਨ ਲਾਅ ਇੱਕ ਰਿਲੀਜਨ ਨੂੰ ਅਸੀਂ ਇੰਟਰੋਡਿਊਸ ਕੀਤਾ। ਅੱਜ ਤੱਕ ਹਿਊਮੈਨਿਟੇਰੀਅਨ ਲਾਅ ਦੇ ਵਿੱਚ ਹਿੰਦੂਇਜ਼ਮ, ਪਾਰਸੀ, ਜੈਨਿਜ਼ਮ, ਬੁੱਧਿਜ਼ਮ ਇਹ ਸੀਗੇ, ਅਸੀਂ ਸਿੱਖੀਜ਼ਮ ਨੂੰ ਇੰਟਰੋਡਿਊਸ ਕਰਤਾ। ਹੁਣ ਇਹ ਅੱਗੇ ਅਸੀਂ ਜੋ ਕੀਤਾ ICRC ਦੇ ਵਿੱਚ ਡੈਡ ਬੋਡੀ ਮੈਨੇਜਮੈਂਟ ਦੇ ਵਿੱਚ ਸੀਗਾ, ਹੁਣੇ ਰੂਲਸ ਨਿਕਲੇ ਆ ਸਾਰੇ ਰਿਲੀਜਨ ਦੇ ਨਾਲ ਦੇ, ਤਾਂ ਉਸ ਦੇ ਵਿੱਚ ਅਸੀਂ ਕੰਟਰੀਬਿਊਟ ਕੀਤਾ ਸਿੱਖੀਜ਼ਮ ਐਂਡ ਡੈਡ ਬੋਡੀ ਮੈਨੇਜਮੈਂਟ। ਉਹ ਅਸੀਂ ਇੰਟਰਨੈਸ਼ਨਲ ਕਮੇਟੀ ਆਫ ਰੈੱਡ ਕਰਾਸ ਦੀ ਵੈਬਸਾਈਟ ਤੇ ਪਵਾਇਆ। ਜੇ ਤੁਸੀਂ ਜਾਓਗੇ ਗੂਗਲ ਵੀ ਕਰੋਗੇ ICRC.org ਤੇ ਜਾਂ ਡੈਡ ਬੋਡੀ ਮੈਨੇਜਮੈਂਟ ਐਂਡ ਸਿੱਖੀਜ਼ਮ, ਤੁਹਾਨੂੰ ਉਹ ਪੇਜ ਤੇ ਤੁਸੀਂ ਚਲ ਜਾਓਗੇ ਵੀ ਸਿੱਖੀਜ਼ਮ ਦੇ ਵਿੱਚ ਵੀ ਅਸੀਂ ਇਸ ਰਿਲੀਜਨ ਨੂੰ ਇੱਕ ਇੰਟਰੋਡਿਊਸ ਕਰ ਦਿੱਤਾ ਇੰਟਰਨੈਸ਼ਨਲ ਲੈਵਲ ਤੇ ਕਿ ਇਹਨੂੰ ਵੀ ਰੈਕੋਗਨਾਈਜ਼ ਕੀਤਾ ਜਾਵੇ, ਬਿਕਾਜ਼ ਇਹਦੇ ਵਿੱਚ ਜਿਹੜਾ ਸਿੱਖਿਆਵਾਂ ਨੇ ਉਹ ਅੱਜ ਕੱਲ੍ਹ ਦੇ ਮਾਡਰਨ ਧਰਮਾਂ ਦੇ ਵਿੱਚ ਜਾਂ ਕਿਸੇ ਹੋਰ ਧਰਮ ਦੇ ਵਿੱਚ ਨਹੀਂ ਹਨ। ਅਸੀਂ ਇਹ ਨਹੀਂ ਕਹਿੰਦੇ ਕਿਸੇ ਹੋਰ ਦਾ ਧਰਮ ਨੀਵਾਂ ਹੈ ਜਾਂ ਉੱਚਾ, ਅਸੀਂ ਇਹ ਕਹਿੰਦੇ ਹਾਂ ਕਿ ਇਹ ਵੀ ਉਨਾ ਹੀ ਫਾਇਦੇਮੰਦ ਔਰ ਜ਼ਰੂਰਤਮੰਦ ਹੈ ਔਰ ਇਹਦੀ ਵੀ ਉਨੀ ਹੀ ਵੈਲਿਊ ਹੈ ਜਿੰਨੀ ਬਾਕੀਆਂ ਦੀ ਹੈ। ਕਈ ਵਾਰੀ ਅਸੀਂ ਗੱਲ ਕਰਦੇ ਹਾਂ, ਕਾਨਫਰੰਸਾਂ 'ਚ ਜਾਂਦੇ ਹਾਂ, ਉਹਨਾਂ ਨੂੰ ਸਿੱਖੀਜ਼ਮ ਦੇ ਬਾਰੇ ਨਹੀਂ ਪਤਾ ਹੁੰਦਾ। ਸਭ ਤੋਂ ਜ਼ਿਆਦਾ ਰਿਸਰਚ ਹੁਣ ਇਸ ਟਾਈਮ ਤੇ ਹੋ ਰਹੀ ਹੈ ਉੱਥੇ ਅਮਰੀਕਾ ਦੇ ਵਿੱਚ ਇੰਟਰਫੇਥ ਦੇ ਉੱਤੇ ਤੇ ਇੰਗਲੈਂਡ ਦੇ ਵਿੱਚ ਬਹੁਤ ਲੋਕ ਸਾਡੇ ਨਾਲ ਜੁੜ ਰਹੇ ਨੇ ਇਸ ਰਿਸਰਚ ਦੇ ਵਿੱਚ। ਤੇ ਤੀਜਾ ਜਿਹੜਾ ਅਸੀਂ ਕੰਮ ਕੀਤਾ ਹਿਊਮੈਨਿਟੇਰੀਅਨ ਲਾਅ ਦੇ ਵਿੱਚ, ਅਸੀਂ ਹੁਣ ਇਨਵਾਇਰਨਮੈਂਟ ਲਾਅ ਤੇ ਸਿੱਖੀਜ਼ਮ ਦੇ ਉੱਤੇ ਕੰਮ ਕੀਤਾ। ਉਹ ਹਜੇ ਪਬਲਿਸ਼ ਨਹੀਂ ਹੋਇਆ ਬਟ ਹਜੇ ਸਬਮਿਟ ਕਰਾਣਾ ਉਹ। ਤੇ ਇਦਾਂ ਸਾਡੀ ਸੇਵਾ, ਸਾਡੀ ਬਸ ਲੱਗਦੀ ਰਵੇ ਡਿਊਟੀ ਔਰ ਅਸੀਂ ਕਰਦੇ ਰਹੀਏ। ਅਸੀਂ ਬਹਾਦਰ ਸਰ ਤੇ ਜਸਵਿੰਦਰ ਸਰ ਦੇ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ, ਸਾਨੂੰ ਗਾਈਡੈਂਸ ਦਿੰਦੇ ਨੇ, ਸਾਨੂੰ ਜਿੱਥੇ ਅਸੀਂ ਰਾਹ ਤੋਂ ਭਟਕ ਜਾਂਦੇ ਹਾਂ ਸਾਨੂੰ ਪੂਰੇ ਰਾਹ ਤੇ ਪਾਉਂਦੇ ਨੇ। ਥੈਂਕ ਯੂ ਡਾਕਟਰ ਸੰਗੀਤਾ ਜੀ, ਤੁਸੀਂ ਬਹੁਤ ਸੰਖੇਪ ਸਮੇਂ 'ਚ ਟੂ ਦੀ ਪੁਆਇੰਟਸ ਜਿਹੜਾ ਸਾਨੂੰ ਕਹਿ ਸਕਦੇ ਹਾਂ ਇੱਕ ਬਿਲਕੁਲ ਸੈਂਟਰਲ ਕਰ ਦਿੱਤਾ ਹੈਗਾ ਸਾਡੀ ਗੱਲਬਾਤ ਨੂੰ। ਸਰਦਾਰ ਜਸਵਿੰਦਰ ਸਿੰਘ ਜੀ, ਮੈਂ ਪ੍ਰੋਫੈਸਰ ਸਾਹਿਬ ਕੋਲ ਜਾਣਾ ਚਾਹ ਰਿਹਾ ਸੀ, ਪਰ ਉਸ ਤੋਂ ਪਹਿਲਾਂ ਕਿ ਡਾਕਟਰ ਸੰਗੀਤਾ ਨੇ ਜਿਹੜੀ ਗੱਲ ਕੀਤੀ ਹੈ ਇਹ ਤੇ ਮੈਂ ਤੁਹਾਡਾ ਥੋੜਾ ਜਿਹਾ ਕਮੈਂਟ ਚਾਹੁੰਦਾ, ਜਾਂ ਇਹਨਾਂ ਦਾ ਤੁਹਾਡਾ ਕੋਈ ਵੀ ਸਵਾਲ ਜਵਾਬ, ਫਿਰ ਮੈਂ ਪ੍ਰੋਫੈਸਰ ਸਾਹਿਬ ਕੋਲ ਜਾਣਾ। ਦੇਖੋ, ਮੈਂ ਪ੍ਰੋਫੈਸਰ ਸੰਗੀਤਾ ਦੀ ਗੱਲ ਦੇ ਨਾਲ ਬਿਲਕੁਲ ਸਹਿਮਤ ਹਾਂ, ਇਤਫਾਕ ਰੱਖਦਾ ਕਿ ਅਸੀਂ ਰਿਸਰਚ ਕਰਕੇ ਜਾਂ ਜਿੱਥੇ ਇੰਟਰਫੇਥ ਇਸ਼ੂਜ਼ ਚੱਲਦੇ ਨੇ ਉੱਥੇ ਜਾ ਕੇ ਆਪਣੀ ਗੱਲ ਨਹੀਂ ਕਹਿ ਪਾਏ। ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਸਾਡੇ ਕੋਲ ਆਪਣੀ ਕਮਿਊਨਿਟੀ ਪੱਧਰ ਦੇ ਉੱਤੇ ਜਿਹੜੀਆਂ ਰਿਸਰਚ ਦੀ ਤੇ ਆਪਣੇ ਪੱਖ ਨੂੰ ਪੇਸ਼ ਕਰਨਾ, ਉਸ ਚੀਜ਼ ਦੀ ਘਾਟ ਹੈ। ਤੇ ਇਹ ਮੈਂ ਕਿਸੇ ਨੂੰ ਬਲੇਮ ਨਹੀਂ ਕਰਾਂਗਾ, ਮੈਂ ਸਾਰਾ ਬਲੇਮ ਆਪਣੇ ਉੱਤੇ ਲਵਾਂਗਾ ਕਿ ਇਹ ਅਸੀਂ ਲੋਕ ਇਸ ਗੱਲ ਨੂੰ ਇਨੀਸ਼ੀਏਟ ਨਹੀਂ ਕਰਦੇ ਹਾਂ, ਕਿਉਂਕਿ ਅਸੀਂ ਜਿਹੜੀਆਂ ਪੰਜਾਬ ਪੱਧਰ ਤੇ ਜਿਹੜੀ ਛੋਟੀਆਂ ਗੱਲਾਂ ਨੇ ਉਹਨਾਂ ਦੇ ਨਾਲ ਅਸੀਂ ਸਿਰਫ ਰੋਜ਼ਮਰਾ ਦੀ ਜ਼ਿੰਦਗੀ 'ਚ ਜਿਹੜਾ ਉਹ ਜੂਝਦੇ ਰਹਿੰਦੇ ਹਾਂ ਤੇ ਉੱਥੋਂ ਅਸੀਂ ਸੋਚਦੇ ਹਾਂ ਕਿ ਅਸੀਂ ਬਹੁਤ ਕੁਝ ਗੱਲ ਕਰ ਲਈ। ਪਰ ਜਦੋਂ ਤੁਸੀਂ ਇੰਟਰਨੈਸ਼ਨਲ ਲੈਵਲ ਤੇ ਗੱਲ ਕਰਦੇ ਹੋ ਤੇ ਇਹਦੇ 'ਚ ਕੋਈ ਦੋ ਰਾਏ ਨਹੀਂ ਕਿ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਨ੍ਹਾਂ ਨੇ ਭਾਈ ਕਨਈਆ ਜੀ ਦੇ ਮਿਸ਼ਨ ਨੂੰ ਅੱਗੇ ਲੈ ਕੇ ਗਏ ਨੇ। ਮੈਂ ਇਹਦੇ 'ਚ ਯੂਨਾਈਟਿਡ ਸਿੱਖਸ, ਖਾਲਸਾ ਏਡ ਤੇ ਕਦੇ ਸਾਡੀ ਆਰਗੇਨਾਈਜੇਸ਼ਨ ਅਕਾਲ ਪੁਰਖੀ ਫੌਜ ਜਿਹੜੀ ਹੈ, ਪੰਥਕ ਤਾਲਮੇਲ ਸੰਗਠਨ, ਅਸੀਂ ਜਿਹੜੀਆਂ ਨੇ ਵੱਖ-ਵੱਖ ਜਗ੍ਹਾ ਦੇ ਉੱਤੇ ਜਾ ਕੇ ਜਿੱਥੇ ਵੀ ਲੋੜ ਪੈਂਦੀ ਹੈ ਉੱਥੇ ਕੰਮ ਕਰਨ ਦੀ ਕੋਸ਼ਿਸ਼ ਕੀਤੀ। ਪਰ ਜਿੱਥੇ ਇੱਕ ਕੰਮ ਹੁੰਦਾ ਹੈ ਕਿ ਤੁਸੀਂ ਹੱਥੀਂ ਸੇਵਾ ਕਰ ਰਹੇ ਹੋ ਤੇ ਤੁਸੀਂ ਉਹਦੇ ਨਾਲ ਪੂਰਨੇ ਪਾ ਰਹੇ ਹੋ, ਇੱਕ ਕੰਮ ਹੁੰਦਾ ਹੈ ਕਿ ਜਿੱਥੇ ਲਿਟਰੇਰੀ ਰਿਪਰੈਜ਼ੈਂਟੇਸ਼ਨ ਚਾਹੀਦੀ ਹੁੰਦੀ ਹੈ, ਕਿਉਂਕਿ ਅੱਜ ਹਰ ਬੱਚਾ ਜਿਹੜਾ ਉਹ ਗੂਗਲ ਤੇ ਬੈਠਾ ਹੈ ਤੇ ਉਹ ਮਾਂ ਪਿਓ ਨੂੰ ਸਵਾਲ ਪੁੱਛਣ ਦੀ ਬਜਾਏ, ਉਹ ਟੀਚਰ ਨੂੰ ਸਵਾਲ ਪੁੱਛਣ ਦੀ ਬਜਾਏ ਉਹ ਗੂਗਲ ਤੇ ਜਾ ਕੇ ਜਿਹੜੀ ਹੈ ਉਹ ਸਰਚ ਮਾਰਦਾ। ਅਸੀਂ ਉੱਥੇ ਵੀ ਆਪਣੀ ਪ੍ਰੈਜ਼ੈਂਸ ਜਿਹੜੀ ਹੈ ਇਸ ਪੱਖੋਂ ਸਾਨੂੰ ਮਜ਼ਬੂਤ ਕਰਨ ਦੀ ਲੋੜ ਹੈ, ਇਹਦੇ ਤੇ ਸਾਨੂੰ ਕੰਮ ਕਰਨ ਦੀ ਲੋੜ ਹੈ ਤੇ ਉਹ ਇਹ ਕਰ ਰਹੇ ਨੇ ਤੇ ਬਹੁਤ ਚੰਗੀ ਗੱਲ ਹੈ। ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਤੁਸੀਂ ਜਦੋਂ ਹਿਊਮੈਨਿਟੇਰੀਅਨ ਲਾਅ ਦੀ ਗੱਲ ਕਰਦੇ ਹਾਂ ਆਪਾਂ, ਤੇ ਤੁਸੀਂ ਸੰਸਾਰ ਦੇ ਅੰਦਰ ਭਾਈ ਕਨਈਆ ਜੀ ਦੀ ਜਿਹੜੀ ਪਾਣੀ ਪਿਲਾਉਣ ਦੀ ਜਿਹੜੀ ਹੈ ਉਹ ਫਸਟ ਇੱਕ ਸੀਗਾ। ਪਰ ਉਸ ਤੋਂ ਜਦੋਂ ਤੁਸੀਂ ਪਿੱਛੇ ਜਾਂਦੇ ਹੋ ਕਿ ਭਾਈ ਕਨਈਆ ਜੀ ਦੀ ਪ੍ਰੇਰਨਾ ਸਰੋਤ ਕੌਣ ਨੇ, ਤੇ ਤੁਹਾਨੂੰ ਗੁਰੂ ਅਮਰਦਾਸ ਪਾਤਸ਼ਾਹ ਦਾ ਇੱਕ ਸ਼ਲੋਕ ਬੜਾ ਪਿਆਰਾ ਮੈਂ ਉੱਥੇ ਸਾਂਝਾ ਕਰਨਾ ਚਾਹਾਂਗਾ। ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿੱਤ ਦੁਆਰੇ ਉਭਰੇ ਤਿੱਥੇ ਲਿਓ ਭਾਰ। ਮੈਂ ਗੱਲ ਫਿਰ ਉੱਥੇ ਲਿਆ ਕੇ ਖੜੀ ਕਰਨ ਲੱਗਾ ਕਿ ਸੈਲਫਲੈਸ ਸਰਵਿਸ ਦੀ ਗੱਲ ਪ੍ਰੋਫੈਸਰ ਨੇ ਕੀਤੀ ਹੈ, ਪ੍ਰੋਫੈਸਰ ਸੰਗੀਤਾ ਜੀ ਨੇ। ਤੇ ਗੁਰੂ ਅਮਰਦਾਸ ਪਾਤਸ਼ਾਹ ਤੇ ਕਹਿੰਦੇ ਨੇ ਕਿ ਜਿਹੜੀ ਇਹ ਸੰਸਾਰ ਸੜ ਰਿਹਾ, ਹੁਣ ਸੜ ਕਾਹਦੇ ਨਾਲ ਰਿਹਾ, ਫਿਜ਼ੀਕਲ ਅੱਗ ਤੇ ਲੱਗੀ ਨਹੀਂ ਹੈ, ਪਰ ਉਹ
ਈਰਸ਼ਾ ਨਾਲ ਸੜ ਰਿਹਾ, ਉਹ ਦੂਜੇ ਨੂੰ ਵੇਖ ਨਹੀਂ ਸਿਖਾਉਂਦਾ, ਆਪਣੀ ਜਿਹੜੀ ਹੈ ਦੂਜੇ ਤੇ ਪਾਵਰ ਥੋਪਣਾ ਚਾਹੁੰਦਾ ਹੈ। ਇਹ ਉਦੋਂ ਵੀ ਇਹੀ ਗੱਲ ਸੀ ਤੇ ਅੱਜ ਵੀ ਇਹੀ ਗੱਲ ਹੈ। ਉਹ ਕੋਐਗਜ਼ਿਸਟੈਂਸ ਜਿਹੜੀ ਹੈ ਉਹਦੇ ਪ੍ਰੋਬਲਮ ਆ ਰਹੀ ਹੈ, ਠੀਕ ਹੈ। ਰਿਲੀਜੀਅਸ ਹਾਰਮਨੀ ਦੀ ਪ੍ਰੋਬਲਮ ਆ ਰਹੀ ਹੈ। ਤੁਸੀਂ ਸਾਰੇ ਸੰਸਾਰ 'ਚ ਦੇਖੋਗੇ ਜਿਹੜੀਆਂ ਵੀ ਇਸ ਵੇਲੇ ਲੜਾਈਆਂ ਹੋ ਰਹੀਆਂ ਨੇ ਜਾਂ ਮਾਰ ਕੁੱਟ ਹੋ ਰਹੀ ਹੈ, ਉਹ ਇਹਨਾਂ ਚੀਜ਼ਾਂ ਦੇ ਕਰਕੇ ਹੀ ਹੋ ਰਹੀ ਹੈ। ਤੇ ਉਹਦੇ ਪਿੱਛੇ ਜਾ ਕੇ ਕਿਤੇ ਨਾ ਕਿਤੇ ਰਿਲੀਜੀਅਸ ਫੈਨੇਟਿਜ਼ਮ ਜਿਹੜਾ ਹੈ ਉਹ ਖੜਾ। ਪਰ ਗੁਰੂ ਸਾਹਿਬ ਤਾਂ ਸਾਨੂੰ ਸਮਝਾ ਕੇ ਵੀ ਜਿੱਥੇ ਵੀ ਜਿੱਦਾਂ ਦਾ ਵੀ ਜਿਹੜੇ ਵੀ ਧਰਮ ਦਾ ਹੈ, ਉਹ ਅਰਦਾਸ ਕਰਦੇ ਨੇ ਕਿ ਉਹਨੂੰ ਉੱਥੇ ਹੀ ਉਸੇ ਦੁਆਰੇ ਤੇ ਸ਼ਾਂਤੀ ਦਿਓ, ਉਸੇ ਦੁਆਰੇ ਤੇ ਉਹਦੇ ਅੰਦਰ ਇੱਕ ਭਾਵਨਾ ਜਗਾ ਦਿਓ ਕਿ ਉਹ ਬੰਦੇ ਨੂੰ ਬੰਦਾ ਵੇਖਣਾ ਸ਼ੁਰੂ ਕਰ ਦੇ, ਇਨਸਾਨ ਨੂੰ ਇਨਸਾਨ ਵੇਖਣਾ ਸ਼ੁਰੂ ਕਰ ਦੇ। ਤੇ ਇਹ ਜੇ ਗੱਲ ਨੂੰ ਸਾਰੇ ਸੰਸਾਰ ਦੇ ਅੰਦਰ ਰੱਖਿਆ ਜਾਵੇ ਤੇ ਮੈਨੂੰ ਲੱਗਦਾ ਹੈ ਕਿ ਇਹ 2 ਲਾਈਨਾਂ ਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਜਿਹੜੀ ਬਾਣੀ ਹੈ ਉਹਦਾ ਜਿਹੜਾ ਹਿਊਮੈਨਿਟੇਰੀਅਨ ਪੱਖ ਹੈ ਤੇ ਉਪਦੇਸ਼ ਹੈ, ਤੇ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਦਾ ਸੈਕਰੀਫਾਈਸ ਹੈ, ਤੇ ਉਹਨੂੰ ਜੇ ਤੁਸੀਂ ਸਾਰੇ ਸੰਸਾਰ ਅੱਗੇ ਰੱਖੋ ਤੇ ਸੱਚਮੁੱਚ ਇਹ ਜਿਹੜਾ ਪੰਥ ਹੈ, ਇਸ ਰਾਹ ਦੇ ਜਿਹੜੇ ਪੰਥੀ ਨੇ ਲੋਕੀ ਇਹਦੇ ਮਗਰ ਆਪਣੇ ਆਪ ਲੱਗ ਜਾਣਗੇ। ਸਾਨੂੰ ਕਿਸੇ ਨੂੰ ਕੋਈ ਕਹਿਣ ਦੀ ਲੋੜ ਨਹੀਂ ਪਏਗੀ। ਉਹ ਆਪਣੇ ਆਪ ਸਾਰਾ ਸੰਸਾਰ ਇੱਕ ਦੂਜੇ ਨਾਲ ਪਿਆਰ ਕਰਨਾ ਸ਼ੁਰੂ ਕਰ ਦੇਗਾ ਤੇ ਕੋਐਗਜ਼ਿਸਟੈਂਸ ਦੀ ਜਿਹੜੀ ਇਸ ਵੇਲੇ ਕਮੀ ਹੋਈ ਹੈ, ਰਿਲੀਜੀਅਸ ਹਾਰਮਨੀ ਦੀ ਜਿਹੜੀ ਕਮੀ ਹੈ, ਉਹ ਪੂਰੀ ਹੋਣੀ ਸ਼ੁਰੂ ਹੋ ਜਾਏਗੀ। ਏਕ ਪਿਤਾ ਏਕਸ ਕੇ ਹਮ ਬਾਰਿਕ ਤੂੰ ਮੇਰਾ ਗੁਰਹਾਈ। ਮੈਨੂੰ ਲੱਗਦਾ ਕਿ ਡਾਕਟਰ ਸੰਗੀਤਾ ਦਾ ਜਿਹੜਾ ਇੰਪੋਰਟੈਂਟ ਇਨੀਸ਼ੀਏਟਿਵ ਹੈ, ਤੁਸੀਂ ਉਹਨੂੰ ਬਿਲਕੁਲ ਪੂਰੀ ਸਪੋਰਟ ਦੇ ਰਹੇ ਹੋ, ਉਹਨਾਂ ਨੂੰ ਮੁਬਾਰਕ ਦੇ ਰਹੇ ਹੋ। ਪ੍ਰੋਫੈਸਰ ਬਹਾਦਰ ਸਿੰਘ ਜੀ, ਜਦੋਂ ਸੇਵਾ ਵਿੱਚ ਵਿਚਰਦੇ ਹਾਂ ਤੇ ਇਸ ਵਿੱਚ ਕੋਈ ਸ਼ੱਕ ਨਹੀਂ ਤੁਹਾਨੂੰ ਸਮਾਜ ਨੇ ਵੀ ਮਾਨ ਸਨਮਾਨ ਦਿੱਤਾ ਹੈ, ਤੁਹਾਨੂੰ ਸਰਕਾਰ ਨੇ ਵੀ ਸਟੇਟ ਅਵਾਰਡ ਦਿੱਤਾ ਹੈ। ਪਰ ਇੱਕ ਜ਼ਰੂਰ ਤੁਹਾਡੇ ਕੋਲੋਂ ਗਾਹੇ ਬਗਾਹੇ ਗੱਲ ਸੁਣੀ ਦੀ ਕਿ ਤੁਸੀਂ ਲਗਭਗ 3 ਦਹਾਕੇ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਪੱਤਰ ਵਿਹਾਰ ਕਰ ਰਹੇ ਹੋ, ਪੰਜਾਬ ਸਰਕਾਰ ਨਾਲ ਕਰ ਰਹੇ ਹੋ, ਭਾਰਤ ਸਰਕਾਰ ਨਾਲ ਕਰ ਰਹੇ ਹੋ। ਇਹ ਸਾਰਾ ਜਿੰਨਾ ਪੱਤਰ ਵਿਹਾਰ ਕਰਦੇ ਹੋ, ਇਹਨੂੰ ਤੁਸੀਂ ਸੰਖੇਪ ਦੇ ਵਿੱਚ ਕਿਵੇਂ ਸਾਂਝਾ ਕਰੋਗੇ? ਰਿਸ਼ਪਾਲ ਸਿੰਘ ਜੀ, ਤੁਸੀਂ ਬਹੁਤ ਅੱਛੀ ਗੱਲ ਕੀਤੀ, ਕਿਉਂਕਿ ਜਿਸ ਤਰ੍ਹਾਂ ਜਸਵਿੰਦਰ ਸਿੰਘ ਜੀ ਨੇ ਕਿਹਾ ਕਿ ਅਸੀਂ ਅਜੇ ਤਾਂ ਪੰਜਾਬ ਪੱਧਰ ਤੇ ਹੀ ਨਹੀਂ ਕਰ ਸਕੇ, ਬਿਲਕੁਲ ਉਹਨਾਂ ਦੀ ਗੱਲ ਸਹੀ ਹੈ। ਮੈਨੂੰ ਯਾਦ ਹੈ ਕਿ ਅਸੀਂ 8 ਫਰਵਰੀ 1987 ਨੂੰ ਜੀ, ਸਭ ਤੋਂ ਪਹਿਲਾਂ ਅਸੀਂ ਉਦੋਂ ਸਰਦਾਰ ਪਾਨ ਸਿੰਘ ਜੀ ਸੀਗੇ ਸਕੱਤਰ, ਤਾਂ ਉਹਨਾਂ ਕੋਲੇ ਅਸੀਂ ਮਿਲਣ ਗਏ। ਅਸੀਂ ਉਹਨਾਂ ਨੂੰ ਤੇ ਅਸੀਂ ਕਿਹਾ ਵੀ ਅਸੀਂ ਭਾਈ ਕਨਈਆ ਜੀ ਮਿਸ਼ਨ ਸ਼ੁਰੂ ਕੀਤਾ ਤੇ ਤੁਸੀਂ ਕਿਰਪਾ ਕਰਕੇ ਸਾਡੀ ਮਦਦ ਕਰੋ, ਅਸੀਂ ਜਿਹੜਾ ਹੈ ਉਹ ਸਾਨੂੰ ਕੋਈ ਕਿਤਾਬ ਦਿਖਾਓ ਜਾਂ ਕੋਈ ਲਿਟਰੇਚਰ ਦਿਓ ਸਾਨੂੰ। ਉਹ ਕਹਿਣ ਲੱਗੇ ਵੀ ਕੋਈ ਗੱਲ ਨਹੀਂ, ਮੈਂ ਭੇਜ ਦਾਂਗਾ। ਪਰ ਉਹਨਾਂ ਤੋਂ ਕੁਛ ਚਿਰ ਬਾਅਦ ਆਇਆ ਕਿ ਬਲੂ ਸਟਾਰ ਵੇਲੇ ਬਹੁਤ ਸਾਰੀਆਂ ਕਿਤਾਬਾਂ ਸੜ ਚੁੱਕੀਆਂ, ਮੇਰੇ ਕੋਲ ਰਿਕਾਰਡ ਹੈ ਉਹਨਾਂ ਦੀ ਲੈਟਰ ਆ ਗਈ ਤੇ ਤੁਸੀਂ ਬਾਅਦ 'ਚ ਦੇ ਦਾਂਗੇ ਅਸੀਂ। ਪਰ ਅਜੇ ਤੱਕ ਕੋਈ ਬਹੁਤਾ ਸਾਨੂੰ ਉੱਥੋਂ ਰਿਸਪੌਂਸ ਨਹੀਂ ਮਿਲਿਆ। ਮੈਂ ਬਹੁਤ ਚਿੱਠੀਆਂ, ਇੱਕ ਤਾਂ ਹੁੰਦਾ ਸੈਂਕੜੇ, ਮੈਂ ਹਜ਼ਾਰਾਂ ਹੀ, ਪਤਾ ਨਹੀਂ ਮੇਰੇ ਮਨ 'ਚ ਹੁੰਦਾ ਕਿ ਆਹ ਬੰਦਾ ਚੰਗਾ ਹੋਣਾ, ਚਿੱਠੀ ਲਿਖ ਦਿਓ, ਆਹ ਚੰਗਾ, ਆਹ ਚਿੱਠੀ। ਹੋਇਆ ਕਿ ਸ਼੍ਰੋਮਣੀ ਕਮੇਟੀ ਦੇ ਵਿੱਚ ਬਹੁਤ ਸਾਰੀਆਂ ਚਿੱਠੀਆਂ ਲਿਖਣ ਤੋਂ ਬਾਅਦ ਕਈ ਵਾਰੀ ਪ੍ਰਧਾਨ ਸਾਹਿਬਾਨ ਨੂੰ ਮਿਲੇ, ਇਕੱਠੇ ਹੋ ਕੇ ਮਿਲੇ, ਤਾਂ ਬਡੂੰਗਰ ਸਾਹਿਬ ਨੇ ਸਾਨੂੰ ਇੱਕ ਵਾਰੀ ਪੱਤਰ ਲਿਖਿਆ। ਮੈਂ ਕਿਹਾ ਜੀ ਇੱਕ ਪੱਤਰ ਹੀ ਲਿਖ ਦਿਓ ਤੁਸੀਂ ਜਨੇਵਾ ਦੇ ਵਿੱਚ, ਕਿ ਕਿਉਂਕਿ ਜਦੋਂ ਮੈਂ ਲਿਖਣਾ ਅਸੀਂ ਸ਼ੁਰੂ ਕੀਤਾ, ਪ੍ਰਧਾਨ ਮੰਤਰੀ ਨੂੰ ਲਿਖਣਾ ਸ਼ੁਰੂ ਕੀਤਾ, ਮੁੱਖ ਮੰਤਰੀ ਨੂੰ, ਗਵਰਨਰ ਸਾਹਿਬ, ਰਾਸ਼ਟਰਪਤੀ, ਸਾਰਿਆਂ ਨੂੰ ਲਿਖਣਾ ਸ਼ੁਰੂ ਕੀਤਾ, ਤਾਂ ਜਨੇਵਾ ਦੇ ਵਿੱਚ, ਔਰ ਮੈਨੂੰ ਇੱਥੇ ਕਹਿਣ 'ਚ ਕੋਈ ਵੀ ਹਰਜ ਨਹੀਂ ਹੈ ਕਿ ਉੱਥੇ ਹਰ ਚਿੱਠੀ ਦਾ ਜਵਾਬ ਸਾਨੂੰ ਆਉਂਦਾ ਰਿਹਾ ਸਵਿਟਜ਼ਰਲੈਂਡ ਤੋਂ, ਇੰਟਰਨੈਸ਼ਨਲ ਕਮੇਟੀ ਆਫ ਰੈੱਡ ਕਰਾਸ ਤੋਂ ਜੀ। ਮੈਂ ਉਹਨਾਂ ਨੂੰ ਵੀ ਚਿੱਠੀ ਲਿਖੀ ਕਿ ਮੈਂ ਇਸ ਚੀਜ਼ ਬਾਰੇ ਰਿਸਰਚ ਕਰਨਾ ਚਾਹੁੰਦਾ, ਮੈਂ ਭਾਈ ਕਨਈਆ ਜੀ ਦੀ ਸੇਵਾ ਤੇ ਰਿਸਰਚ ਕਰ ਰਿਹਾ, ਮੈਨੂੰ ਆਹ ਕੁਛ ਮਿਲਿਆ, ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰ ਦੇਣਾ ਹੈਗਾ। ਪਰ ਮੈਂ ਰੈੱਡ ਕਰਾਸ ਤੇ ਹੋਰ ਦੁਨੀਆ ਸੇਵਾਵਾਂ ਬਾਰੇ ਵੀ ਰਿਸਰਚ ਕਰਨਾ ਚਾਹੁੰਦਾ। ਰਿਸ਼ਪਾਲ ਸਿੰਘ ਜੀ, ਹੈਰਾਨ ਹੋਵੋਗੇ ਤੁਸੀਂ ਕਿ ਮੈਨੂੰ 10 ਕਿਲੋ ਦੇ ਲਗਭਗ ਸਵਿਟਜ਼ਰਲੈਂਡ ਤੋਂ ਕਿਤਾਬਾਂ ਆਈਆਂ ਔਰ ਥੈਂਕਸ ਕਿਹਾ। ਔਰ ਸਭ ਤੋਂ ਪਹਿਲਾਂ ਥੈਂਕਸ ਸਵਿਟਜ਼ਰਲੈਂਡ ਇੰਟਰਨੈਸ਼ਨਲ ਕਮੇਟੀ ਦੇ ਸੈਕਟਰੀ ਜਨਰਲ ਵੱਲੋਂ ਆਇਆ ਕਿ ਸਾਡੀ ਨੌਲੇਜ ਵਿੱਚ ਨਹੀਂ ਸੀਗਾ ਕਿ ਇੱਕ ਮਹਾਨ ਸੇਵਾ ਆਨੰਦਪੁਰ ਸਾਹਿਬ 'ਚ ਹੋਈ ਹੈ, ਗੁਰੂ ਗੋਬਿੰਦ ਸਿੰਘ ਜੀ ਦੇ ਸੇਵਕ ਵੱਲੋਂ ਹੋਈ ਹੈ, ਤੇ ਤੁਸੀਂ ਸਾਨੂੰ ਨੌਲੇਜ 'ਚ ਲਿਆਂਦਾ, ਤੁਹਾਡਾ ਬਹੁਤ ਧੰਨਵਾਦ, ਅਸੀਂ ਜ਼ਰੂਰ ਕੁਛ ਨਾ ਕੁਛ ਕਰਾਂਗੇ। ਉਸ ਤੋਂ ਬਾਅਦ ਉਹਦੇ ਵਾਸਤੇ ਸਾਨੂੰ ਪ੍ਰੂਫ ਚਾਹੀਦੇ ਸੀਗੇ ਕਿ ਇਸ ਚੀਜ਼ ਨੂੰ ਪ੍ਰੂਵ ਕੀਤਾ ਜਾਵੇ ਕਿ ਸੇਵਾ ਆਨੰਦਪੁਰ ਸਾਹਿਬ 'ਚ ਹੋਈ ਹੈ, ਕਿਉਂਕਿ
ਉੱਥੇ ਜਦ ਤੱਕ ਅਸੀਂ ਪ੍ਰੂਫ ਨਹੀਂ ਪੇਸ਼ ਕਰਦੇ, ਜਦ ਤੱਕ ਕੋਈ ਸਾਡੇ ਕੋਲੇ ਡਾਕੂਮੈਂਟਸ ਨਹੀਂ ਹੁੰਦੇ, ਤਾਂ ਉਹ ਚੀਜ਼ ਦਾ ਜਿਹੜਾ ਹੈ ਮੀਨਿੰਗ ਨਹੀਂ ਹੁੰਦਾ। ਸ਼੍ਰੋਮਣੀ ਕਮੇਟੀ ਤੋਂ ਲੈਟਰ ਲਿਖਵਾਇਆ, ਚਲੋ ਲੈਟਰ ਤੋਂ ਬਾਅਦ ਉਹਨਾਂ ਨੇ ਕੁਝ ਨਹੀਂ ਕੀਤਾ, ਇੱਕ ਲੈਟਰ ਬੜੀ ਰਿਕੁਐਸਟ ਕਰਨ ਤੋਂ ਬਾਅਦ ਫਿਰ ਲਿਖਾਇਆ, ਤਾਂ ਹੌਲੀ ਹੌਲੀ ਪੰਜਾਬ ਸਰਕਾਰ ਤੋਂ ਸਾਨੂੰ, ਮੈਂ ਪੱਤਰ ਲਿਖਦਾ ਰਿਹਾ। ਇੱਕ ਵਾਰੀ ਮੈਨੂੰ ਸੈਕਟਰੀ ਹੈਲਥ ਤੋਂ ਚਿੱਠੀ ਆਈ ਕਿ ਤੁਸੀਂ ਸਾਨੂੰ ਆ ਕੇ ਮਿਲੋ, ਤੁਹਾਡੀਆਂ ਬਹੁਤ ਸਾਰੀਆਂ ਚਿੱਠੀਆਂ ਆ ਰਹੀਆਂ। ਮੈਂ ਮਿਲਿਆ ਤੇ ਉਹਨਾਂ ਨੇ ਸਭ ਤੋਂ ਵੱਡੀ ਗੱਲ ਇਹ ਕਹੀ ਕਿ ਕਾਕਾ, ਆਹ ਜਿਹੜਾ ਤੁਸੀਂ ਮਿਸ਼ਨ ਸ਼ੁਰੂ ਕੀਤਾ, ਇਹ ਤਾਂ ਇੰਟਰਨੈਸ਼ਨਲ ਕਮਿਊਨਿਟੀ ਦੀ ਨੌਲੇਜ ਹੋਣਾ ਚਾਹੀਦਾ ਜੀ। ਤੇ ਸਾਨੂੰ ਸਭ ਤੋਂ ਪਹਿਲਾਂ ਇੰਡੀਅਨ ਰੈੱਡ ਕਰਾਸ ਨੂੰ ਵੀ ਦੱਸਣਾ ਚਾਹੀਦਾ, ਜਿਨ੍ਹਾਂ ਦੇ ਕਿ ਪ੍ਰੈਜ਼ੀਡੈਂਟ ਆਨਰੇਬਲ ਸਾਡੇ ਪ੍ਰੈਜ਼ੀਡੈਂਟ ਆਫ ਇੰਡੀਆ ਹੈਗੇ ਆ, ਉਹਨਾਂ ਨੂੰ ਦੱਸੋ। ਪਹਿਲੀ ਚਿੱਠੀ ਉਹਨਾਂ ਨੇ ਲਿਖੀ ਉਸ ਵੇਲੇ। ਉਸ ਤੋਂ ਬਾਅਦ ਸਾਡਾ ਚੱਲਦਾ ਰਿਹਾ ਜੀ, ਉਹਨਾਂ ਨਾਲ ਕਰਸਪੋਂਡੈਂਸ ਚੱਲਦੀ ਰਹੀ, ਬੜਾ ਉਹਨਾਂ ਨੇ ਐਪਰੀਸ਼ੀਏਟ ਕੀਤਾ। ਮੈਂ ਇੱਥੇ ਇੱਕ ਸਭ ਤੋਂ ਵੱਡੀ ਪੰਜਾਬ ਸਰਕਾਰ ਨੇ ਇੱਕ ਫੈਸਲਾ ਲਿਆ, ਉਹਨਾਂ ਨੇ ਸਾਰੇ ਹੀ ਡਿਪਟੀ ਕਮਿਸ਼ਨਰਜ਼ ਨੂੰ ਲੈਟਰ ਲਿਖਿਆ ਕਿ ਇੱਕ ਮਾਨਵ ਸੇਵਾ ਦਿਵਸ ਤੌਰ ਤੇ ਮਨਾਇਆ ਜਾਇਆ ਕਰੇ 20 ਸਤੰਬਰ ਜੀ। ਇਹ ਮਨਾਉਣਾ ਸ਼ੁਰੂ ਹੋ ਗਿਆ ਜੀ। ਜੀ ਜੀ। ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਦੋਂ ਮੈਂ ਪੜ੍ਹ ਰਿਹਾ ਸੀਗਾ, ਉਸ ਵੇਲੇ ਅਸੀਂ ਕੈਂਪ ਵਗੈਰਾ ਬਹੁਤ ਲਗਾਏ। ਅਸੀਂ ਸੈਨੇਟ ਦੇ ਮੈਂਬਰਾਂ ਨੂੰ ਰਿਕੁਐਸਟ ਕਰਕੇ ਉੱਥੇ ਦੇ ਹੈਲਥ ਸੈਂਟਰ ਦੀ ਪ੍ਰਪੋਜ਼ਲ ਭੇਜੀ ਕਿ ਇਹਦਾ ਨਾਮ ਭਾਈ ਕਨਈਆ ਜੀ ਹੈਲਥ ਸੈਂਟਰ ਰੱਖਿਆ ਜਾਵੇ। ਤਾਂ ਉੱਥੇ ਡਿਸਕਸ਼ਨ ਹੋਈ, ਬੜੀ ਇੰਪੋਰਟੈਂਟ ਹੈ ਜੀ। ਉਹ ਕਹਿੰਦੇ ਕਿਉਂ ਰੱਖਿਆ ਜਾਵੇ। ਉੱਥੋਂ ਸਾਰੇ ਇੰਟੈਲੈਕਚੁਅਲ ਨੇ ਤੇ ਅਸੀਂ ਰਲ ਕੇ ਕਿਹਾ ਵੀ ਇੱਥੋਂ ਦਾ ਪੜ੍ਹਿਆ ਹੋਇਆ, ਜਿੱਦਾਂ ਜਸਵਿੰਦਰ ਸਿੰਘ ਜੀ ਨੇ ਕਿਹਾ, ਸੰਗੀਤਾ ਪ੍ਰੋਫੈਸਰ ਸਾਹਿਬ ਨੇ ਕਿਹਾ ਕਿ ਇੱਥੋਂ ਦਾ ਜਿਹੜਾ ਪੜ੍ਹਿਆ ਹੋਇਆ, ਜੇ ਉਹਦੇ ਵਿੱਚ ਭਾਈ ਕਨਈਆ ਜੀ ਦੀ ਸੇਵਾ ਦਾ ਥੋੜਾ ਬਹੁਤ ਵੀ ਉਹਦੇ ਅੰਦਰ ਭਾਵਨਾ ਚਲੇ ਗਈ ਤਾਂ ਉਹ ਸੰਸਾਰ ਨੂੰ ਇੱਕ ਨਵੀਂ ਦਿਸ਼ਾ ਦੇ ਸਕਦਾ। ਉੱਥੋਂ ਹੀ ਤੁਸੀਂ ਦੇਖਿਆ ਹੋਣਾ ਕਿ ਪੰਜਾਬ ਦੇ ਪੋਲਿਟਿਕਸ ਦੇ ਵਿੱਚ ਉੱਥੋਂ ਹੀ ਮੰਤਰੀ ਬਹੁਤ ਬਣੇ, ਬਹੁਤ ਸਾਰੇ IAS ਅਫਸਰ ਬਣਦੇ, ਆਰਮੀ 'ਚ ਜਾਂਦੇ ਆ। ਪਰ ਜੇ ਉਹਨਾਂ ਦੇ ਦਿਲ ਦੇ ਵਿੱਚ ਭਾਈ ਕਨਈਆ ਵਾਲੀ ਸੇਵਾ, ਤਾਂ ਸਾਡੇ ਜਿਹੜੇ ਵਖਰੇਵੇਂ ਉਹ ਖਤਮ ਕਰ ਦੇਣਗੇ। ਉਹ ਇੱਕ ਪੋਲਿਟਿਕਸ ਨੂੰ ਹੀ ਨਵੀਂ ਦਿਸ਼ਾ ਦੇ ਦੇਣਗੇ, ਤਾਂ ਕਿ ਇੱਕ ਇਨਸਾਨੀਅਤ ਵਾਲਾ ਹੀ ਸੰਦੇਸ਼ ਦੇ ਦੇਣਗੇ। ਔਰ ਇੱਕ ਹੋਰ ਬੜੀ ਘਟਨਾ ਹੋਈ ਕਿ 18 ਦੇ ਵਿੱਚ ਅਸੀਂ, ਜਿਸ ਤਰ੍ਹਾਂ ਦੱਸਿਆ ਜਸਵਿੰਦਰ ਸਿੰਘ ਜੀ ਨੇ, ਅਸੀਂ ਇੰਟਰਨੈਸ਼ਨਲ ਲੈਵਲ ਤੇ ਜਿੱਥੇ ਕਿ ਵੀ ਸਾਡੇ ਕੋਈ ਦੋਸਤ ਮਿੱਤਰ ਬੈਠੇ ਸੀਗੇ, ਅਕਾਲ ਪੁਰਖ ਦੀ ਫੌਜ ਦੇ ਮੈਂਬਰ ਬੈਠੇ ਸੀਗੇ, ਉਹਨਾਂ ਨੇ ਭੇਜਿਆ। ਹੋਇਆ ਕੀ ਕਿ ਹੁਣ ਇੱਕ ਬੜਾ ਵੱਡਾ ਡਿਸੀਜਨ ਜਿਹੜਾ ਹੈਗਾ, ਰੈੱਡ ਕਰਾਸ ਦੇ ਨੇ ਵੀ ਸਾਨੂੰ ਬੜਾ ਰਿਸਪੌਂਸ ਕੀਤਾ, ਇਹ 'ਚ ਕੋਈ ਸ਼ੱਕ ਨਹੀਂ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ 2018 ਦੇ ਵਿੱਚ ਅਸੀਂ ਫਸਟ ਏਡ ਕੰਪੇਨ ਉਹਨਾਂ ਦੇ ਨਾਲ ਸ਼ੁਰੂ ਕਰਵਾਈ। ਉਸ ਤੋਂ ਬਾਅਦ ਨਹੀਂ ਕੋਈ ਉਹਨਾਂ ਵੱਲੋਂ ਕੀਤਾ ਗਿਆ, ਜਦ ਕਿ ਮੈਂ ਰਿਕੁਐਸਟ ਕੀਤੀ ਸੀਗੀ ਕਿ ਤੁਸੀਂ ਆਪਾਂ ਫਿਰ ਜਨੇਵਾ ਨਾਲ ਕੰਟੈਕਟ ਕੀਤਾ ਜਾਵੇ। ਔਰ ਇੱਕ ਬੜੀ ਡਿਸਕਸ਼ਨ ਤੋਂ ਬਾਅਦ, ਬੜੇ ਲੰਬੇ ਸਮੇਂ ਤੋਂ ਬਾਅਦ ਰੈੱਡ ਕਰਾਸ ਨੇ ਇੱਕ ਫੈਸਲਾ ਕਰ ਲਿਆ ਜੀ, ਜਿਹੜਾ ਕਿ ਮੈਂ ਪੂਰੇ ਸੰਸਾਰ ਦੇ, ਪੰਜਾਬ ਦੇ ਜਿਹੜੇ ਵਸਦੇ ਆ ਗੁਰਸਿੱਖ ਦੱਸਦੇ ਆ, ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਉਹਨਾਂ ਨੇ ਇੱਕ ਫੈਸਲਾ ਕਰਕੇ ਭਾਈ ਕਨਈਆ ਜੀ ਦੀ ਸੇਵਾ ਨੂੰ ਆਪਣੀ ਵੈਬਸਾਈਟ ਤੇ ਪਾਤਾ, ਤਾਂ ਕਿ ਦੁਨੀਆ ਦੇ ਵਿੱਚ ਜਿਸ ਤਰ੍ਹਾਂ ਡਾਕਟਰ ਸੰਗੀਤਾ ਜੀ ਰਿਸਰਚ ਕਰ ਰਹੇ ਆ, ਉਹਨਾਂ ਨਾਲ ਸਾਡਾ ਸੰਪਰਕ ਹੋ ਗਿਆ। ਦੁਨੀਆ 'ਚ ਹੋਰ ਵੀ ਇੰਟਰਨੈਸ਼ਨਲ ਹਿਊਮੈਨੀਟੇਰੀਅਨ ਲਾਅ ਦੇ ਵਿੱਚ ਰਿਸਰਚ ਕਰਦੇ, ਉਹਨਾਂ ਨੂੰ ਵੀ ਪਤਾ ਲੱਗ ਸਕੇ। ਔਰ ਉਹਦੇ ਵਿੱਚ ਸਭ ਤੋਂ ਇੰਪੋਰਟੈਂਟ ਗੱਲ ਕੀ ਲਿਖੀ ਜਿਹੜੀ ਉਹਨਾਂ ਨੇ ਲਿਟਰੇਚਰ ਦੇ ਵਿੱਚ, ਕਿ ਵਾਰ ਦੇ ਵਿੱਚ ਨੋ ਡਾਊਟ ਬਹੁਤ ਸਾਰੀਆਂ ਸੇਵਾਵਾਂ ਹੋਈਆਂ, ਪਰ ਜੋ ਸੇਵਾ ਗੁਰੂ ਗੋਬਿੰਦ ਸਿੰਘ ਜੀ ਦੇ ਆਸ਼ੀਰਵਾਦ ਨਾਲ ਭਾਈ ਕਨਈਆ ਜੀ ਨੇ ਕੀਤੀ, ਉਹ ਸਭ ਤੋਂ ਵੱਡੀ ਸੇਵਾ ਹੈ। ਔਰ ਇਹ ਵੀ ਲਿਖ ਦਿੱਤਾ ਕਿ ਵਾਰ ਦੇ ਵਿੱਚ ਫਸਟ ਏਡ ਮੈਡੀਕਲ ਪ੍ਰੋਵਾਈਡ ਕਰਨਾ, ਮਤਲਬ ਜ਼ਖਮੀਆਂ ਨੂੰ ਸਹਾਇਤਾ ਕਰਨੀ, ਉਸ ਦਾ ਜਨਮ ਹੀ ਅਨੰਦਪੁਰ ਸਾਹਿਬ ਤੋਂ ਹੋਇਆ। ਕਿੱਡੀ ਵੱਡੀ ਗੱਲ ਹੈ। ਜਿਸ ਚੀਜ਼ ਦਾ ਜਨਮ ਹੀ ਅਨੰਦਪੁਰ ਸਾਹਿਬ ਤੋਂ ਹੋਇਆ, ਅਸੀਂ ਉਹਨੂੰ ਵਿਸ਼ਵ ਭਰ 'ਚ ਨਹੀਂ ਲਿਜਾ ਸਕੇ। 35 ਸਾਲ, ਸਮਾਂ ਥੋੜਾ ਨਹੀਂ ਹੈ, ਲਿਖਦਿਆਂ ਨੂੰ ਹੋ ਗਏ। ਤੇ ਅਸੀਂ ਬੇਨਤੀ ਇੱਕ ਸ਼੍ਰੋਮਣੀ ਕਮੇਟੀ ਨੂੰ ਜ਼ਰੂਰ ਕਰਨਾ ਚਾਹੁੰਦੇ ਹਾਂ, ਪੰਜਾਬ ਸਰਕਾਰ ਨੂੰ, ਕਿ ਇੱਕ ਕਮੇਟੀ ਫਾਰਮ ਕਰਕੇ ਜਨੇਵਾ ਦੇ ਨਾਲ ਕੰਟੈਕਟ ਕਰਕੇ ਕਿਉਂ ਨਹੀਂ ਅਸੀਂ ਇਹਨੂੰ ਅੰਤਰਰਾਸ਼ਟਰੀ ਪੱਧਰ ਤੇ ਮਨਾਉਣਾ ਸ਼ੁਰੂ ਕਰ ਦਿੱਤਾ ਜੀ। ਔਰ ਸਭ ਤੋਂ ਵੱਡੀ ਗੱਲ, ਜੋ ਇਨਸਾਨੀਅਤ ਦੀ ਗੱਲ, ਮੈਂ ਇੱਕ ਛੋਟੀ ਐਗਜ਼ਾਮਪਲ ਹੋਰ ਦੱਸਣਾ ਚਾਹੁੰਦਾ ਕਿ ਇੱਕ ਜਦੋਂ ਇਹ ਸੇਵਾ ਕਰ ਰਹੇ ਸੀ ਕਿ ਇੱਕ ਭਾਈ ਨੂਰ ਮੁਹੰਮਦ ਸ਼ਾਹ ਅਫਗਾਨੀ ਹੋਇਆ ਜੀ, ਅਫਗਾਨਿਸਤਾਨ ਦੇ ਰਹਿਣ ਵਾਲੇ ਸੀਗੇ। ਉਹ ਜ਼ਖਮੀ ਹੋ ਗਿਆ ਤੇ ਭਾਈ ਕਨਈਆ ਜੀ ਸ਼ਾਮ ਨੂੰ ਸਹਿਕਦਿਆਂ ਨੂੰ ਪਾਣੀ ਪਿਲਾ ਰਹੇ ਸੀ, ਉਹ ਤੜਫ ਰਿਹਾ ਸੀਗਾ। ਉਹਨਾਂ ਨੂੰ ਚੁੱਕਿਆ ਆਪਣੇ ਮੋਢੇ ਚੁੱਕ ਕੇ ਆਪਣੇ ਟੈਂਟ 'ਚ ਜਾ ਕੇ ਉਹਨਾਂ ਦੀ ਸੇਵਾ ਕੀਤੀ, ਉਹਨਾਂ ਨੂੰ ਪਾਣੀ ਪਿਲਾਇਆ, ਮੱਲਮ ਪੱਟੀ ਕੀਤੀ। ਤੇ ਜਦੋਂ ਉਹ ਠੀਕ ਹੋ ਗਿਆ ਤਾਂ ਉਹਨੇ ਕੁਐਸਚਨ ਕੀਤਾ ਭਾਈ ਕਨਈਆ ਨੂੰ ਕਿ ਭਾਈ ਕਨਈਆ ਜੀ, ਮੈਂ ਤਾਂ ਇੱਕ ਦੁਸ਼ਮਣ ਸੀਗਾ, ਤੁਸੀਂ ਮੇਰੀ ਸੇਵਾ ਕਿਉਂ ਕੀਤੀ?
ਮੈਨੂੰ ਇਹ ਨਹੀਂ ਸਮਝ ਲੱਗਿਆ, ਮੈਂ ਸੇਵਾ ਤਾਂ ਕਰਾਉਂਦਾ ਰਿਹਾ, ਤੁਸੀਂ ਮੇਰੀ ਜ਼ਿੰਦਗੀ ਬਚਾਤੀ, ਮੈਨੂੰ ਨਵਾਂ ਜੀਵਨ ਦੇ ਦਿੱਤਾ। ਉਹ ਕਹਿੰਦਾ ਮੇਰੇ ਗੁਰੂ ਦਾ ਹੁਕਮ ਸੀਗਾ, ਮੇਰੇ ਗੁਰੂ ਨੇ ਡਿਊਟੀ ਲਾਈ ਸੀ। ਇਹ ਡਿਊਟੀ ਅੱਜ ਡਿਊਟੀ ਡੇ ਵੀ ਮਨਾਇਆ ਜਾ ਸਕਦਾ ਨੇ ਕਿ ਮੇਰੇ ਗੁਰੂ ਦਾ ਹੁਕਮ ਸੀਗਾ ਕਿ ਹਰ ਇਨਸਾਨ ਚੋਂ ਰੱਬ ਨੂੰ ਦੇਖਣਾ, ਹਰ ਇਨਸਾਨ ਚੋਂ ਤੁਸੀਂ ਪਰਮਾਤਮਾ ਨੂੰ ਦੇਖਣਾ, ਤੇ ਮੈਂ ਇਸ ਕਰਕੇ ਤੇਰੀ ਸੇਵਾ ਕੀਤੀ। ਔਰ ਦੇਖੋ ਅੱਗੇ ਜਾ ਕੇ ਕੀ ਹੋਇਆ ਕਿ ਸਭ ਤੋਂ ਪਹਿਲਾ ਸੇਵਕ ਹੀ ਨੂਰ ਮੁਹੰਮਦ ਸ਼ਾਹ ਅਫਗਾਨੀ ਬਣਿਆ ਭਾਈ ਕਨਈਆ ਜੀ ਦਾ, ਜਿਨ੍ਹਾਂ ਨੂੰ ਕਿ ਇਤਿਹਾਸ ਦੇ ਪੰਨੇ 'ਚ ਭਾਈ ਨੂਰੀ ਸ਼ਾਹ ਦੇ ਨਾਲ ਜਾਣਿਆ ਜਾਂਦਾ। ਤੇ ਕੋਈ ਸੇਵਾ ਦਾ ਹੀ ਸਾਰਾ ਕਰਤੱਵ ਅਸੀਂ ਬਲੱਡ ਡੋਨੇਟ ਕਰਦੇ ਹਾਂ। ਪ੍ਰੋਫੈਸਰ ਹੋ ਸਕਦਾ ਸਾਡਾ ਸਮਾਂ ਜਿਹੜਾ ਸਮਾਪਤ ਹੋ ਜਾਏ ਤੇ ਆਪਾਂ ਨੂੰ ਦੁਬਾਰਾ ਜੁੜਨਾ ਪਵੇ, ਤੇ ਇਸ ਤੋਂ ਪਹਿਲਾਂ ਕਿ ਤੁਸੀਂ ਅੱਗੇ ਗੱਲ ਨੂੰ ਤੋਰੋ, ਸਰਦਾਰ ਜਸਵਿੰਦਰ ਸਿੰਘ ਜੀ ਨੂੰ ਮੈਂ ਬੇਨਤੀ ਕਰਾਂਗਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪ੍ਰੋਫੈਸਰ ਸਾਹਿਬ ਕੋਈ ਬੇਨਤੀ ਕਰ ਰਹੇ ਆ, ਦਹਾਕਿਆਂ ਤੋਂ ਕਰਦੇ ਆ ਰਹੇ ਆ, ਇਹ ਤੇ ਤੁਹਾਡੀ ਕੋਈ ਟਿੱਪਣੀ ਜੀ? ਦੇਖੋ ਇਸ ਤਰ੍ਹਾਂ ਹੈ ਕਿ ਮੈਂ ਪਹਿਲੇ ਇਹ ਗੱਲ ਕਹਿ ਬੈਠਾ ਕਿ ਵੱਡੀਆਂ ਸੰਸਥਾਵਾਂ ਦਾ ਵੀ ਜਿੰਨਾ ਕਸੂਰ ਹੈ, ਉਹਨਾਂ ਹੀ ਛੋਟੀਆਂ ਸੰਸਥਾਵਾਂ ਦਾ ਵੀ ਕਸੂਰ ਹੈ। ਪਰ ਕਿਉਂਕਿ ਅਸੀਂ ਤਵੱਕੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਰੱਖਦੇ ਹਾਂ, ਤੇ ਅੱਜ ਦੇ ਸਮੇਂ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹ ਸਾਰੇ ਸੰਸਾਰ ਦੇ। ਸਰਦਾਰ ਜਸਵਿੰਦਰ ਸਿੰਘ ਜੀ, ਖਿਮਾ ਕਰਨਾ ਕਿ ਤੁਹਾਨੂੰ ਵਿੱਚੋਂ ਰੋਕ ਰਹੇ ਹਾਂ ਕਿ ਸਮਾਂ ਸਮਾਪਤ ਹੋ ਚੁੱਕਾ ਹੈ, ਲੇਕਿਨ ਤੁਹਾਡੀ ਗੱਲ ਸਾਹਮਣੇ ਆ ਗਈ ਹੈ ਕਿ ਸਭ ਤੋਂ ਪਹਿਲਾਂ ਅਸੀਂ ਜ਼ਿੰਮੇਵਾਰ ਹਾਂ। ਹਾਂ, ਇਹ ਜ਼ਰੂਰ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਾਡੀ ਕੌਮਾਂਤਰੀ ਸੰਸਥਾ ਹੈ, ਉਸ ਵੱਲ ਸਾਰੇ ਲੋਕ ਤਵੱਕੋਂ ਰੱਖਦੇ ਨੇ, ਕੌਮ ਤਵੱਕੋਂ ਰੱਖਦੀ ਹੈ, ਲੇਕਿਨ ਅਸੀਂ ਵਿਅਕਤੀਗਤ ਤੌਰ ਤੇ, ਸੰਸਥਾਗਤ ਤੌਰ ਤੇ ਆਪਣੇ ਆਪ ਨੂੰ ਵੀ ਇਸ ਜ਼ਿੰਮੇਵਾਰੀ ਤੋਂ ਮੁਕਤ ਨਹੀਂ ਕਰ ਸਕਦੇ। ਜਿਵੇਂ ਡਾਕਟਰ ਸੰਗੀਤਾ ਨੇ ਦੱਸਿਆ ਕਿ ਇੰਟਰਨੈਸ਼ਨਲ ਹਿਊਮੈਨਿਟੇਰੀਅਨ ਜਿਹੜਾ ਫੀਲਡ ਹੈ, ਉਹਦੇ ਵਿੱਚ ਜਦੋਂ ਉਹ ਸਟੱਡੀ ਕਰਦੇ ਨੇ, ਰਿਸਰਚ ਕਰਦੇ ਨੇ, ਤੇ ਉੱਥੇ ਜਦੋਂ ਸਿੱਖ ਧਰਮ ਦੀ ਗੱਲ ਨਹੀਂ ਹੁੰਦੀ ਤੇ ਉਹ ਮਹਿਸੂਸ ਕਰਦੇ ਨੇ ਕਿ ਐਡੇ ਵੱਡੇ ਪਰ ਉਪਕਾਰੀ ਧਰਮ ਦੀ ਗੱਲ ਨਹੀਂ ਹੋ ਰਹੀ, ਤੇ ਸਾਨੂੰ ਇਸ ਖੇਤਰ ਵਿੱਚ ਸਾਰਿਆਂ ਨੂੰ ਹੀ ਧਿਆਨ ਦੇਣ ਦੀ ਲੋੜ ਹੈ। ਖਾਸ ਕਰਕੇ ਇਸ 20 ਸਤੰਬਰ ਦੇ ਮੌਕੇ ਤੇ ਸਾਡਾ ਜਿਹੜਾ ਧਾਰਮਿਕ ਸੰਸਥਾਵਾਂ ਦਾ, ਖਾਸ ਕਰਕੇ ਨਿਰਪੱਖ ਲੋਕਾਂ ਦਾ ਇੱਕ ਮੰਚ ਹੋਣਾ ਚਾਹੀਦਾ ਹੈ, ਜਿਹਦੇ ਵਿੱਚ ਪੰਜਾਬ ਪੱਧਰ ਤੇ ਔਰ ਪੰਥਕ ਪੱਧਰ ਤੇ, ਭਾਰਤ ਸਰਕਾਰ ਦੇ ਪੱਧਰ ਤੇ ਕੋਈ ਕਮੇਟੀ ਬਣਨੀ ਚਾਹੀਦੀ ਹੈ ਜਿਹੜੀ ਇਸ ਭਾਈ ਕਨਈਆ ਜੀ ਦੇ ਸੇਵਾ ਦੇ ਮਿਸ਼ਨ ਦੀ, ਮਾਨਵਤਾ ਦੇ ਮਿਸ਼ਨ ਦੀ ਗੱਲ ਨੂੰ ਅੱਗੇ ਲੈ ਕੇ ਜਾਵੇ, ਇਸ ਮਿਸ਼ਨ ਨੂੰ ਚੜ੍ਹਦੀ ਕਲਾ ਵਿੱਚ ਲੈ ਕੇ ਜਾਵੇ। ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।